ਨਵਾਂ ਗਾਣਾ ਆਇਆ ਆਈ ਥਿੰਕ ਨਿਮਰਤ ਖਹਿਰਾ ਦਾ, ਚਲੋ ਬਹੁਤ ਵੱਡਾ ਨਾਮ ਹੈ, ਪਰ ਤੁਸੀਂ ਗਾਣੇ 'ਚ ਪਰੋਸ ਕੀ ਰਹੇ ਹੋ ਵੀ ਜੱਟਾਂ ਦਾ ਪੁੱਤ ਵੈਲੀ ਤਾਂ ਹੋਊਗਾ ਹੀ। ਕੀ ਗੱਲ ਬਈ, ਜੱਟਾਂ ਦਾ ਪੁੱਤ ਵੈਲੀ ਹੋਣਾ ਕਿੱਥੇ ਲਿਖ ਕੇ ਦਿੱਤਾ ਹੋਇਆ? ਕਿਹੜਾ ਜੱਟ ਜੱਟ ਜੱਟ? ਕੂੜਿਆਂ ਦੇ ਲਿਫਾਫਿਆਂ ਦੇ ਵਿੱਚ ਭਰੂਣ ਮਿਲਦੇ ਆ, ਉੱਥੇ ਅਸੀਂ ਨਹੀਂ ਆਖਦੇ ਵੀ ਕੁੜੀ ਸੀ ਬਈ ਤਾਂ ਕੂੜੇ ਚੋਂ ਮਿਲੀ ਆ। ਜਦੋਂ 2-2 ਮਹੀਨਿਆਂ ਦੀਆਂ 3-3 ਮਹੀਨਿਆਂ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਆ, ਉਹ ਬੰਦੇ ਖੜ ਕੇ ਨਹੀਂ ਆਖਦੇ ਵੀ ਕੁੜੀ ਸੀ, ਇਹ ਤਾਂ ਕਰਕੇ ਹੀ ਹੋਇਆ। ਸਿਰਫ ਜੇ ਅਸੀਂ ਬਚਾਉਣਾ ਚਾਹੁੰਦੇ ਆ ਇਹ ਹਥਿਆਰਾਂ ਤੋਂ, ਇਹ ਬੰਬੀਹਿਆਂ ਤੋਂ, ਇਹ ਫਲਾਮਿਆਂ ਟਿਮਕਿਆਂ ਤੋਂ, ਤਾਂ ਫਿਰ ਸਾਨੂੰ ਸ਼ਬਦ ਦੇਣੇ ਪੈਣਗੇ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਤੇ ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਸਿੱਖ ਧਰਮ ਹੀ ਲੈ ਲਓ, ਬੜੀ ਛੋਟੀ ਜੀ ਚੀਜ਼, ਡੁੱਬ ਮਰਨਾ ਚਾਹੀਦਾ ਜਿਹਨੇ ਕਿਤੇ ਲਿਖਵਾਇਆ ਰਾਮਗੜੀਆ ਗੁਰਦੁਆਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਅੱਜ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਆਪਣੇ ਨਾਲ ਨੇ ਇੱਕ ਅਧਿਆਪਕਾ, ਇੱਕ ਕਵਿੱਤਰੀ ਤੇ ਇੱਕ ਨੌਜਵਾਨ ਲਿਖਾਰਨ, ਜੋ ਲਿਖਦੀ ਹੈ ਦੁਨੀਆ ਤੋਂ ਥੋੜ੍ਹਾ ਜਿਹਾ ਹਟ ਕੇ ਤੇ ਸਿੱਧਾ ਖਾਸ ਕਰਕੇ ਮਰਦ ਪ੍ਰਧਾਨ ਸਮਾਜ ਨੂੰ ਕਹਿੰਦੀ ਹੈ ਵੀ ਜੋ ਲੜਕੀਆਂ ਜਾਂ ਜੋ ਇਸਤਰੀਆਂ ਉਹਨਾਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਜਾਂਦਾ ਹੈਗਾ, ਕਿਉਂ ਰੱਖਿਆ ਜਾਂਦਾ ਹੈਗਾ, ਇਸ ਗੱਲਾਂ ਦੇ ਉੱਤੇ ਉਹ ਕਾਫੀ ਵਿਅੰਗ ਕੱਸਦੀ ਆ। ਸਾਡੇ ਨਾਲ ਮੌਜੂਦ ਨੇ ਸਿਮਰਨ ਅਕਸ ਜੀ। ਅਕਸ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ, ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਤੇ ਸਾਰੇ ਚੈਨਲ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸਿਮਰਨ ਜੀ, ਜੇ ਆਪਾਂ ਗੱਲ ਕਰਦੇ ਹਾਂ ਆਪਣੀ, ਜਿੱਦਾਂ ਆਫ ਰਿਕਾਰਡ ਵੀ ਗੱਲ ਹੋ ਰਹੀ ਸੀਗੀ, ਇਸਤਰੀ ਨੂੰ ਹਮੇਸ਼ਾ ਜੁੱਤੀ ਦੀ ਨੋਕ ਤੇ ਰੱਖਦਾਗਾ ਮਰਦ ਪ੍ਰਧਾਨ ਸਮਾਜ, ਪਰ ਤੁਹਾਡਾ ਕੁਛ ਹਟ ਕੇ ਕਹਿਣਾਗਾ। ਤੁਸੀਂ ਜਿਸ ਤਰ੍ਹਾਂ ਵਿਅੰਗ ਕੱਸਿਆਗਾ, ਤੁਹਾਡੀਆਂ ਮੈਂ ਪਹਿਲਾਂ ਵਾਲੀਆਂ ਮੁਲਾਕਾਤਾਂ ਵੀ ਦੇਖੀਆਂ ਗਈਆਂ ਜੀ, ਕੋਈ ਪਰਸਨਲ ਇਦਾਂ ਦਾ ਐਕਸਪੀਰੀਅੰਸ ਰਿਹਾ, ਕੋਈ ਇਦਾਂ ਦੀ ਤੁਹਾਨੂੰ ਸਿੱਖਿਆ ਮਿਲੀ ਜਾਂ ਬਲੱਡ ਦੇ ਵਿੱਚ ਹੈ ਇਹ ਚੀਜ਼? ਦੇਖੋ, ਦੋ ਚੀਜ਼ਾਂ ਨਾ ਤੁਹਾਡੇ ਨਾਲੋਂ ਨਾਲ ਤੁਰਦੀਆਂ ਨੇ ਜੀ। ਇੱਕ ਜਗ੍ਹਾ ਤੇ ਤੁਸੀਂ ਬੰਦੇ ਦੇ ਸਾਥ ਬਿਨਾਂ ਕਦਮ ਨਹੀਂ ਵਧਾ ਸਕਦੇ, ਕਿਉਂਕਿ ਸਾਡੇ ਸਾਰੇ ਰਿਸ਼ਤੇ ਇਦਾਂ ਦੇ ਨੇ। ਜੇ ਆਪਾਂ ਮੈਰਿਜ ਤੋਂ ਬਾਅਦ ਆਖੀਏ, ਅਕਸਰ ਇੱਕ ਲਾਈਨ ਬੜੀ ਯੂਜ਼ ਕੀਤੀ ਜਾਂਦੀ ਹੈ ਕਿ ਨੋਬੋਡੀਜ਼ ਵਾਈਫ ਇਜ਼ ਐਵਰੀਬਡੀਜ਼ ਵਾਈਫ, ਹੈ ਨਾ? ਤਾਂ ਜੇ ਕਿਸੇ ਦੀ ਨਹੀਂ ਆ ਤਾਂ ਸਮਝੋ ਸਾਰਿਆਂ ਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਦੇ ਆ, ਪਰ ਨਾਲੋਂ ਨਾਲ ਰਿਸ਼ਤੇ ਇਦਾਂ ਦੇ ਵੀ ਨੇ, ਪਿਓ ਦੇ ਬਿਨਾਂ, ਭਰਾ ਦੇ ਬਿਨਾਂ, ਦੋਸਤਾਂ ਦੇ ਬਿਨਾਂ, ਬਹੁਤ ਸਾਰੇ ਹੋਰ ਰਿਸ਼ਤੇ ਨੇ ਜਿਨ੍ਹਾਂ ਦੇ ਬਿਨਾਂ ਜ਼ਿੰਦਗੀ ਨਹੀਂ ਤੁਰਦੀ। ਇਹਨਾਂ ਸਾਰਿਆਂ ਰਿਸ਼ਤਿਆਂ ਨੂੰ ਜਦੋਂ ਤਾਂ ਰਿਸ਼ਤੇ ਦੇ ਤੌਰ ਤੇ ਵੇਖਦੇ ਆ, ਫਿਰ ਤਾਂ ਇਹ ਜ਼ਿੰਦਗੀ 'ਚ ਤੁਹਾਡੇ ਲਈ ਬਹੁਤ ਲੋੜੀਂਦੇ ਨੇ, ਜਾਂ ਤੁਹਾਡੇ ਸਾਥ ਦੇ ਲਈ ਤੁਹਾਡੇ ਹਮਸਫਰ ਨੇ, ਹੈ ਨਾ, ਜ਼ਰੂਰੀ ਨੇ। ਪਰ ਦਿੱਕਤ ਸਭ ਤੋਂ ਵੱਡੀ ਕੀ ਹੈ ਕਿ ਇਹਨਾਂ ਰਿਸ਼ਤਿਆਂ ਦੇ ਨਾਲੋਂ ਨਾਲ ਹਰ ਰਿਸ਼ਤੇ ਦੇ ਅੰਦਰ ਇੱਕ ਮਰਦ ਜਿਹੜਾ ਉਹ ਹਮੇਸ਼ਾ ਜਾਗਦਾ ਰਹਿੰਦਾ ਹੈ ਨਾ। ਤੁਹਾਡਾ ਕੋਈ ਬਹੁਤ ਚੰਗਾ ਦੋਸਤ ਵੀ ਹੈ, ਕਦੋਂ ਉਹਦੇ ਮਨ ਨੇ ਪਲਟਾ ਖਾਣਾ, ਜਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਪਤੀ ਹਮੇਸ਼ਾ ਪਤੀ ਹੁੰਦਾ, ਜਦੋਂ ਉਹਦੇ ਅੰਦਰੋਂ ਮਰਦ ਜਾਗ ਪੈਂਦਾ, ਕਈ ਵਾਰ ਉਹ ਹੋਮੇ ਜਾਗ ਪਈ, ਫਿਰ ਜਾ ਕੇ ਦਿੱਕਤ ਆਉਂਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਸੇਮ ਪ੍ਰੋਫੈਸ਼ਨ ਦੇ ਦੋ ਜਾਣਿਆਂ ਦਾ ਵਿਆਹ ਹੋ ਗਿਆ, ਬੇਸ਼ੱਕ ਉਹ ਫਿਲਮ ਲਾਈਨ ਦੇ ਨੇ, ਬੇਸ਼ੱਕ ਉਹ ਲੇਖਕ ਨੇ, ਪਰ ਤੁਸੀਂ ਦੇਖੋਗੇ ਕਿ ਔਰਤ ਕਬੀਲਦਾਰੀ 'ਚ ਪੈ ਗਈ, ਉੱਥੇ ਬੰਦੇ ਦੇ ਵਿੱਚ, ਪਤੀ ਦੇ ਵਿੱਚ ਉਹ ਬੰਦੇ ਵਾਲੀ ਹਉਮੈ ਜਾਗ ਪਈ। ਉਹ ਕੰਮ ਕਰਦਾ ਰਹੂਗਾ, ਪਰ ਔਰਤ ਨੂੰ ਯਾਦ ਕਰਵਾਤਾ ਕਿ ਤੁਸੀਂ ਕਰਦਾ। ਤੁਸੀਂ ਅਮਿਤਾਭ ਬੱਚਨ ਦੀ ਜਿਹੜੀ ਐਗਜ਼ਾਮਪਲ ਲੈ ਸਕਦੇ ਹੋ ਨਾ, ਜਯਾ ਬੱਚਨ। ਹੁਣ ਇਹ ਆਖਣਾ ਬੜਾ ਸੋਹਣਾ ਵੀ ਜੀ ਇਹਨੇ ਮੈਨੂੰ ਇੰਨਾ ਸਾਥ ਦਿੱਤਾ, ਮੈਂ ਆ ਬਣ ਗਿਆ, ਪਰ ਉੱਥੇ ਵਾਈਫ ਦੇ ਐਕਸਪ੍ਰੈਸ਼ਨ ਵੀ ਮਾਇਨੇ ਰੱਖਦੇ ਨੇ। ਫਿਲਮ ਮੇਰੇ ਖਿਆਲ ਕਾ ਐਂਡ ਕੀ ਦੀ ਮੈਂ ਬੜੀ ਸੋਹਣੀ ਮੈਨੂੰ ਉਹਦੇ 'ਚੋਂ ਲੱਗਦੀ ਹੈ, ਉਹ ਆਖਦੇ ਨੇ ਕਿ ਵਿਆਹ ਕਿਉਂ ਨਹੀਂ ਕਰਵਾਉਂਦੀ, ਤਾਂ ਕਰੀਨਾ ਕਪੂਰ ਕਿਸੇ ਨਾਲ ਫੋਨ ਤੇ ਗੱਲ ਕਰਦੀ ਹੈ ਕਿ ਵਿਆਹ ਮੈਂ ਕਿਸ ਲਈ ਕਰਵਾਉਣਾ, ਵੀ ਮੈਂ ਸਾਰੀ ਉਮਰ ਇੱਕ ਬੰਦੇ ਦੇ ਪਿੱਛੇ ਲਾ ਦੂੰ, ਮੈਂ ਉਹਦੀ ਪੂਰੀ ਹੈਲਪ, ਉਹਨੂੰ ਪ੍ਰੋਫੈਸ਼ਨ ਦੇ ਵਿੱਚ ਪੂਰੀ, ਉਹਦਾ ਘਰ ਦਾ ਸਾਰਾ ਸੰਭਾਲਣਾ, ਕਾਹਦੇ ਲਈ ਕਿ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹ ਬੰਦਾ ਕਹੂਗਾ ਕਿ ਇਹ ਮੇਰੀ ਲਾਈਫ ਦੇ ਪਿੱਛੇ ਖੰਭਾ ਬਣ ਕੇ ਖੜੀ ਰਹੀ, ਤਾਂ ਮੈਂ ਉਹ ਖੰਭਾ ਬਣਨ ਦੇ ਲਈ ਤਾਂ ਨਹੀਂ ਵਿਆਹ ਕਰਵਾਉਣਾ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਟਕਰਾਓ ਨਾ ਜਦੋਂ ਰਿਸ਼ਤੇ ਦੇ ਵਿੱਚ ਬੈਲੈਂਸ ਆ ਜਾਂਦਾ, ਉੱਥੇ ਖਤਮ ਹੁੰਦਾ। ਸੋ ਮਰਦਵਾਦ, ਨਾਰੀਵਾਦ, ਦੋ ਅਲੱਗ-ਅਲੱਗ ਕੁਛ ਨਹੀਂ ਇਦਾਂ ਦਾ। ਉਹ ਮਰਦਵਾਦ ਨਾਰੀ ਦੇ ਵਿੱਚ ਵੀ ਤਾਂ ਹੁੰਦਾ। ਜੇ ਮੈਨੂੰ ਲੱਗਦਾ ਘਰ ਵਾਲੀ ਬੜੀ ਕੋਈ ਐਕਸਟ੍ਰੀਮ ਕਿਸੇ ਚੀਜ਼ ਦੇ ਵਿੱਚ ਹੈ, ਉਹ ਵੀ ਪਿਛਲੇ ਨੂੰ ਨੈਗਲੈਕਟ ਕਰਨ ਲੱਗ ਜਾਂਦੀ ਹੈ ਵੀ ਤੂੰ ਕੀ ਚੀਜ਼ ਆ, ਮੈਂ ਆ ਕਰ ਰਹੀ ਹਾਂ, ਜੇ ਕਮਾਉਣ ਲੱਗ ਜਾਊ ਤਾਂ ਇਹ ਦੋਨੋਂ ਪਾਸੇ ਹੁੰਦਾ। ਪਰ ਮਰਦ ਦੇ ਵਿੱਚ ਕਿਉਂਕਿ ਸਦੀਆਂ ਤੋਂ ਜਿਹੜੀ ਚੀਜ਼ ਤੁਹਾਡੇ ਅੰਦਰ ਕੁੱਟ-ਕੁੱਟ ਕੇ ਭਰਤੀ, ਉਹ ਹੌਲੀ-ਹੌਲੀ ਨਿਕਲਦੀ ਹੈ। ਜੀ ਸਿਮਰਨ ਜੀ, ਜੇ ਆਪਾਂ ਅੱਜ ਦੇ ਜ਼ਮਾਨੇ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਦਾ ਯੁੱਗ ਆ, ਸਮੇਂ ਦੇ ਵਹਾਅ ਦੇ ਨਾਲ
ਸਭ ਕੁਝ ਚੇਂਜ ਹੋਈ ਜਾਂਦਾਗਾ, ਔਰਤ ਵੀ ਕਾਫੀ ਚੇਂਜ ਹੋਈ ਬਿਲਕੁਲ ਹੈ। ਬਿਲਕੁਲ। ਜੇ ਆਪਾਂ ਇੱਕ ਗੱਲ ਆਉਂਦੀ ਅੱਜ ਕੱਲ ਆਪਾਂ ਅਖਬਾਰਾਂ ਦੇ ਵਿੱਚ ਆਮ ਦੇਖਦੇ ਹਾਂ, ਔਰਤ ਆਪਦੀ ਸਿਖਰ ਤੇ ਗਈ ਜਾਂ ਕਰੂਰਤਾ ਦੀ ਸਿਖਰ ਤੇ ਗਈ ਉਹਨੇ। ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਅੱਜ ਦੀ ਜੋ ਨਾਰੀ ਆ ਜਾਂ ਅੱਜ ਦੀ ਜੋ ਕੁੜੀ ਆ, ਖਾਸ ਕਰਕੇ ਜੇ ਨੌਜਵਾਨ ਕੁੜੀ ਆ, ਆਪਣੇ ਹੱਦਾਂ ਟੱਪ ਨਹੀਂ ਰਹੀ, ਤਾਂ ਕਰਕੇ ਵੀ ਮਰਦ ਥੋੜੇ ਜਿਹੇ ਆਪਦੇ ਆਪ ਨੂੰ ਹੋਰ ਪਾਸੇ ਨੂੰ ਢਾਲ ਰਹੇ ਨੇ? ਦੇਖੋ, ਅਸੀਂ ਕੁਝ ਚੀਜ਼ਾਂ ਨੂੰ ਉਛਾਲ ਜ਼ਿਆਦਾ ਦਿੰਦੇ ਆ, ਭਾਵੇਂ ਉਹ ਮਰਦਵਾਦ ਦੇ ਹੱਕ 'ਚ ਕਹੀਏ ਜਾਂ ਨਾਰੀਵਾਦ ਦੇ ਹੱਕ ਦੇ ਵਿੱਚ। ਮੈਨੂੰ ਇੱਕ ਸ਼ਿਕਵਾ ਤੇ ਰਹਿੰਦਾ ਹਮੇਸ਼ਾ, ਤੁਸੀਂ ਆਖਦੇ ਹੋ ਫਲਾਨੀ ਜੀ ਬੜੀ ਮਸ਼ਹੂਰ ਹੋ ਗਈ, ਕੁੜੀ ਸੀ ਤਾਂ ਕਰਕੇ ਹੋ ਗਈ। ਫਲਾਨੀ ਦੀਆਂ ਵੀਡੀਓਜ਼ ਬੜੀਆਂ ਵਾਇਰਲ ਹੁੰਦੀਆਂ, ਉਹ ਬੜੀ ਛੇਤੀ ਉਹਨੇ ਨਾਮ ਕਮਾ ਲਿਆ, ਕੁੜੀ ਸੀ ਤਾਂ ਹੋ ਗਈ। ਪਰ ਜਦੋਂ ਕੂੜਿਆਂ ਦੇ ਲਿਫਾਫਿਆਂ ਦੇ ਵਿੱਚ ਭਰੂਣ ਮਿਲਦੇ ਆ, ਉੱਥੇ ਅਸੀਂ ਨਹੀਂ ਆਖਦੇ ਵੀ ਕੁੜੀ ਸੀ ਬਈ ਤਾਂ ਕੂੜੇ ਚੋਂ ਮਿਲੀ ਆ। ਜਦੋਂ 2-2 ਮਹੀਨਿਆਂ ਦੀਆਂ 3-3 ਮਹੀਨਿਆਂ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਆ, ਉਹ ਬੰਦੇ ਖੜ ਕੇ ਨਹੀਂ ਆਖਦੇ ਵੀ ਕੁੜੀ ਸੀ ਇਹ ਤਾਂ ਕਰਕੇ ਹੋਇਆ ਸਿਰਫ। ਤਾਂ ਉਹ ਕਿਸੇ ਚੀਜ਼ 'ਚ ਅਗਲੀ ਆਪਣਾ ਐਗਰੈਸ਼ਨ ਕੱਢਦੀ ਹੈ, ਹਨਾ। ਕਰੂਰ ਹੋਣਾ ਕਿਸੇ ਵੀ ਪੱਖ ਤੋਂ ਗਲਤ ਹੈ। ਅਸੀਂ ਕਿਸੇ ਨੂੰ ਬਣਾ ਕੇ ਪ੍ਰੋਬਲਮ ਪਤਾ ਕਿੱਥੇ ਜ਼ਿਆਦਾ ਹਾਈਲਾਈਟ ਹੁੰਦੀ ਆ, ਅਸੀਂ ਆਖਤਾ ਜੀ ਔਰਤ ਤਾਂ ਇਦਾਂ ਦੀ ਆ, ਉਹ ਸਹਿਣਸ਼ੀਲਤਾ, ਉਹ ਮਮਤਾ, ਉਹ ਮੁਹੱਬਤ ਦੀ ਮੂਰਤ ਹੈ। ਜਦੋਂ ਉਹਦੇ ਤੋਂ ਪਾਸੇ ਹੋ ਕੇ ਕਿਸੇ ਆਪਣੇ ਹੱਕ ਦੀ ਜਾਂ ਕੋਈ ਵੀ ਉਲੰਘਣਾ ਕਰਦੀ ਆ ਤਾਂ ਫਿਰ ਉਹਨੂੰ ਪੂਰਾ ਹਾਈਲਾਈਟ ਕਰ ਦੇਣਾ, ਹਨਾ, ਉਹਨੂੰ ਐਗਜ਼ੈਜਰੇਟ ਕਰਕੇ ਪੇਸ਼ ਕਰਨਾ। ਅੱਛਾ, ਬੰਦੇ ਪ੍ਰਤੀ ਇਹ ਹੋ ਗਿਆ ਕਿ ਉਹ ਇੰਨੀਆਂ ਜ਼ਿਆਦਾ ਘਟਨਾਵਾਂ ਨੇ, ਹੁਣ ਸਾਨੂੰ ਉਹਦੇ ਵਿੱਚੋਂ ਔਰਤ ਵਾਲੀ ਹਾਈਲਾਈਟ ਹੋਣ ਲੱਗ ਗਈ। ਇਹ ਦਿੱਕਤ ਹੈ। ਅਸੀਂ 2 ਜਾਣੇ ਭੱਜੇ, ਖਬਰ ਕੀ ਆਈ, ਪ੍ਰੇਮਿਕਾ ਆਪਣੇ 2 ਬੱਚਿਆਂ ਨੂੰ ਛੱਡ ਕੇ ਫਰਾਰ, ਪਰ ਉਹ ਜਿਹਦੇ ਨਾਲ ਫਰਾਰ ਹੋਈ ਆ ਉਹ ਬੰਦਾ ਹੈ, ਕੱਲੀ ਨਹੀਂ, ਉਹ ਬੰਦਾ ਹੈ ਨਾਲ। ਤਾਂ ਇਹ ਦੋਨੋਂ ਚੀਜ਼ਾਂ ਤੁਰਦੀਆਂ ਨੇ, ਬੁੱਧੀ ਭ੍ਰਿਸ਼ਟ ਹੋਣਾ। ਮੈਂ MA ਦੇ ਦੌਰਾਨ ਇੱਕ ਸਕਿੱਟ ਕੀਤੀ ਸੀ ਯੂਨੀਵਰਸਿਟੀ ਦੇ ਵਿੱਚ। ਮੈਨੂੰ ਉਹਦਾ ਵਿਸ਼ਾ ਇਹ ਲੱਗਦਾ ਵੀ ਇੰਨੇ ਸਾਲ ਪਹਿਲਾਂ 2009 ਦੇ ਵਿੱਚ ਉਹ ਜਿਹੜੀ ਸਕਿੱਟ ਕੀਤੀ, ਉਹਦਾ ਵਿਸ਼ਾ ਇਹ ਸੀ ਵੀ ਬੰਦਾ ਬੜਾ ਕਮੀਨਗੀ ਕਰਦਾ, ਖਾਂਦਾ ਪੀਂਦਾ, ਵਾਈਫ ਨੂੰ ਮਾਰਦਾ, ਤਾਂ ਉਹ ਬੜੀ ਤਪੱਸਿਆ ਕਰਦੀ ਆ, ਵਰਦਾਨ ਮੰਗਦੀ ਆ ਆਪਣੇ ਲਈ। ਉਹਨੂੰ ਵਰਦਾਨ ਮਿਲਦਾ ਕਿ ਠੀਕ ਹੈ ਹੁਣ ਇਸਤਰੀ ਪ੍ਰਧਾਨ ਸਮਾਜ ਹੋ ਜਾਏਗਾ, ਤਥਾਸਤੂ ਦਾ ਵਰਦਾਨ ਮਿਲਦਾ। ਹੁਣ ਔਰਤ ਪਹਿਲਾਂ ਕੁਝ ਦਿਨ ਸਹੀ ਰਹਿੰਦੀ ਹੈ, ਆਪਣੇ ਆਪ ਚੋਂ ਨਿਕਲਦੀ ਆ ਉਸ ਸ਼ੈਲ ਦੇ ਵਿੱਚੋਂ, ਪਰ ਹੌਲੀ ਹੌਲੀ ਉਹਨਾਂ ਚੀਜ਼ਾਂ ਤੇ ਹੀ ਚਲੀ ਗਈ। ਉਹ ਸ਼ਰਾਬ ਪੀ ਕੇ ਆਉਂਦੀ ਆ, ਉਹ ਲੇਟ ਆਉਂਦੀ ਆ, ਉਹ ਆਪਣੇ ਪਤੀ ਨੂੰ ਕੰਮ ਕਰਵਾਉਂਦੀ ਆ, ਕੁੱਟਮਾਰ ਕਰਦੀ ਆ, ਯਾਨੀ ਪਲਟਾ ਖਾ ਗਿਆ। ਹੁਣ ਫੇਰ ਉਹ ਜਿਹੜਾ ਪਤੀ ਹੈ ਉਹ ਬੈਠ ਜਾਂਦਾ ਭਜਨ ਬੰਦਗੀ ਤੇ ਵੀ ਤੂੰ ਰੱਬਾ ਉਹਦੀ ਸੁਣੀ, ਹੁਣ ਮੇਰੀ ਸੁਣ। ਤਾਂ ਉਹ ਜਦੋਂ ਰੱਬ ਆਉਂਦਾ ਤਾਂ ਰੱਬ ਕਹਿੰਦਾ ਮੈਨੂੰ ਹੱਲ ਦੱਸੋ ਵੀ ਤੈਨੂੰ ਜਦੋਂ ਸੱਤਾ ਦਿੱਤੀ ਤੂੰ ਆ ਕੀਤਾ, ਔਰਤ ਨੂੰ ਸੱਤਾ ਦਿੱਤੀ ਉਹਨੇ ਆ ਕੀਤਾ, ਪਰ ਹੁਣ ਫਿਰ ਮੈਂ ਕਰਾਂ ਕੀ? ਤਾਂ ਉਹ ਇੱਕ ਸਕਿੱਟ ਸੀ। ਤਾਂ ਮੌਕੇ ਤੇ ਜਿਹੜੇ ਕਿਨਰਸ ਹੁੰਦੇ ਆ ਉਹ ਆਉਂਦੇ ਆ ਕਿ ਰੱਬਾ ਜੇ ਇੰਨਾ ਤੋਂ ਨਹੀਂ ਸੰਭਲਦੀ ਸੱਤਾ ਤਾਂ ਸਾਨੂੰ ਦੇ ਦੇ, ਹਨਾ। ਮੈਂ ਉਸ ਸਕਿੱਟ ਦੇ ਵਿੱਚੋਂ ਕੁਝ ਹੋਰ ਕਨਸੀਵ ਕੀਤਾ। ਸੱਤਾ ਕਿਹਦੇ ਹੱਥ 'ਚ ਆਉਣੀ ਚਾਹੀਦੀ ਆ, ਜਾਂ ਸਮਾਜ ਕਿੱਦਾਂ ਦਾ ਹੋਣਾ ਚਾਹੀਦਾ ਜਿੱਥੇ ਔਰਤ ਦੇ ਅੰਦਰ ਇੱਕ ਮਰਦ ਵੀ ਹੋਵੇ ਔਰ ਮਰਦ ਦੇ ਅੰਦਰ ਇੱਕ ਔਰਤ ਵੀ ਹੋਵੇ, ਯਾਨੀ ਕਿ ਸੰਵੇਦਨਸ਼ੀਲਤਾ। ਵੀ ਇੱਥੇ ਆ ਕੇ ਗੱਲ ਮੁੱਕੂ ਜਦੋਂ ਬੰਦਾ ਔਰਤ ਦੀਆਂ ਗੱਲਾਂ ਨੂੰ ਸਮਝਣ ਲੱਗ ਪਊ ਔਰ ਔਰਤ ਬੰਦੇ ਦੀਆਂ ਮਜਬੂਰੀਆਂ ਨੂੰ ਸਮਝ ਜਾਊਗੀ, ਹਨਾ। ਇਹ ਬੈਲੈਂਸ ਲੈ ਕੇ ਤੁਰਿਆ ਜਾਊ। ਨਹੀਂ ਤਾਂ ਅਗਰ ਅਸੀਂ ਇੱਕ ਚੀਜ਼ ਨੂੰ ਲੈ ਕੇ ਤੁਰਾਂਗੇ ਤਾਂ ਉਹ ਫੇਰ ਜਾ ਕੇ ਕਿਤੇ ਨਾ ਕਿਤੇ ਗਲਤ ਹੋਣ ਦੀ ਸੰਭਾਵਨਾ ਹੈ। ਪਰ ਦੇਖੋ, ਸਦੀਆਂ ਬਾਅਦ ਕੁਝ ਵਾਪਰਨਾ, ਉਸ ਦੀ ਸੰਭਾਵਨਾ ਤੋਂ ਡਰਦਿਆਂ ਅੱਜ ਕਦਮਾਂ ਨੂੰ ਬੰਨ੍ਹ ਲੈਣਾ ਉਹ ਵੀ ਗਲਤ ਹੈ। ਸਿਮਰਨ ਜੀ, ਜੇ ਆਪਾਂ ਗੱਲ ਕਰਦੇ ਹਾਂ ਆਪਣੀ ਸੁਸਾਇਟੀ ਦੀ, ਇੱਕ ਲੋਅਰ ਮਿਡਲ ਕਲਾਸ ਆ, ਇੱਕ ਮਿਡਲ ਕਲਾਸ ਆ, ਇੱਕ ਹਾਈ ਕਲਾਸ ਆ, ਤੁਹਾਨੂੰ ਲੱਗਦਾ ਨਹੀਂ ਵੀ ਇਹ ਤਿੰਨੇ ਕਲਾਸਾਂ ਦੀ ਜੇ ਆਪਾਂ ਗੱਲ ਕਰਦੇ ਆ, ਜਿਹੜੀ ਇਸਤਰੀ ਆ ਉਹਨਾਂ ਦੀ ਡੈਫੀਨੇਸ਼ਨ ਤਿੰਨੇ ਕਲਾਸਾਂ ਦੇ ਵਿੱਚ ਅਲੱਗ-ਅਲੱਗ ਆ? ਬਿਲਕੁਲ ਬਿਲਕੁਲ। ਖਾਸ ਕਰਕੇ ਹਾਈ ਕਲਾਸ ਦੇ ਵਿੱਚ ਕਿਤੇ ਕਿਤੇ ਐਂ ਲੱਗਣ ਲੱਗ ਜਾਂਦਾ ਜਦੋਂ ਵੱਡੀਆਂ ਹਸਤੀਆਂ, ਕਈ ਗਾਇਕ ਪਿੱਛੇ ਜੇ ਵੀ ਕੁਝ ਘਟਨਾਵਾਂ ਹੋਈਆਂ, ਕਈ ਆਪਾਂ ਕਹਿ ਦਈਏ ਵੱਡੇ ਐਕਟਰਸ ਨੇ, ਬਾਲੀਵੁੱਡ ਦੇ ਵੀ ਨੇ, ਆਪਣੇ ਪੰਜਾਬੀ ਇੰਡਸਟਰੀ ਦੇ, ਉਹ ਰੋਂਦੇ ਹੋਏ ਇਮੋਸ਼ਨਲ ਜੇ ਲੱਗਦੇ ਆ, ਜਿੱਦਾਂ ਇੱਕ ਪਹਿਲਾਂ ਇਸਤਰੀ ਲੱਗਦੀ ਹੁੰਦੀ ਸੀ ਤੇ ਇਸਤਰੀ ਉੱਥੇ ਖੜੀ ਕਾਫੀ ਚਤੁਰ ਜਾਂ ਆਪਾਂ ਤੇਜ਼ ਲੱਗਦੀ ਆ। ਬਿਲਕੁਲ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੈਨੂੰ ਇਹ ਸਮੱਸਿਆ ਤਾਂ ਬਹੁਤ ਰਹਿੰਦੀ ਹੈ ਵੀ ਸ਼ਾਇਦ ਆਪ ਹਲੇ ਮਿਡਲ ਕਲਾਸ 'ਚ ਖੜੇ ਆ, ਹਨਾ, ਰਹਿਣਾ ਇੱਥੇ ਆ। ਇੱਕ ਜਿਹੜੀ ਅੱਪਰ ਕਲਾਸ ਵਾਲੇ ਜਦੋਂ ਨਾਰੀਵਾਦ ਦੀ ਗੱਲ ਕਰਦੇ ਆ, ਉਹਨਾਂ ਦਾ ਨਾਰੀਵਾਦ ਕੁਝ ਹੋਰ ਹੀ ਹੈ, ਹਨਾ। ਉਹ ਆਪਣੀ ਬਾਡੀ ਨੂੰ ਲੈ ਕੇ ਜਾਂ ਆਪਣੇ ਡਰੈਸਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ, ਮੈਨੂੰ ਲੱਗਦਾ ਹੈ ਜੇ ਨਾਰੀਵਾਦ ਦੀ ਗੱਲ ਤੋਰਨ ਲੱਗ ਜਾਈਏ ਨਾ, ਤੁਸੀਂ ਸੋਚ ਵੀ ਨਹੀਂ ਸਕਦੇ ਉਹ ਰੂਟ ਕਿੱਥੋਂ ਤੁਰਨੀ ਹੈ। ਤੁਸੀਂ ਵੱਡੀਆਂ ਚੀਜ਼ਾਂ ਦਾ ਰੌਲਾ ਪਾ ਲਓਗੇ, ਪਰ ਜਿੱਥੋਂ ਜੜ ਤੁਰਨੀ ਹੈ ਉਹਦੀ ਜੇ ਗੱਲ ਨਹੀਂ ਕਰੋਗੇ ਤਾਂ ਸਭ ਖਤਮ ਹੈ। ਪਿਛਲੀ ਵਾਰ ਜਿਵੇਂ ਤੁਸੀਂ ਗੱਲ ਕੀਤੀ ਹੈ ਢਿੱਲੋਂ ਸਿੰਗਰ, ਹਨਾ, ਉਹਨਾਂ ਦੀ ਵਾਈਫ ਦਾ ਜਿਹੜਾ ਵੱਡਾ ਮਸਲਾ, ਫਿਰ ਉਸ ਤੋਂ ਬਾਅਦ ਫੇਸਬੁੱਕ ਤੇ ਬਹੁਤ ਨਾਰੀਵਾਦ ਦੀ ਚਰਚਾ ਚੱਲੀ। ਨਿਕਿਤਾ ਆਜ਼ਾਦ ਨੇ ਗੱਲ ਤੋਰੀ, ਸਹਿਜ ਨੇ ਗੱਲ ਤੋਰੀ, ਨੀਤੂ ਅਰੋੜਾ ਮੈਮ ਨੇ ਕਾਫੀ ਉਹਦੇ ਤੇ ਬੋਲਿਆ ਲਿਖਿਆ।
ਮੈਂ ਉਹਨਾਂ ਚੀਜ਼ਾਂ ਦੇ ਵਿੱਚ ਇਹ ਦੇਖਦੀ ਰਹੀ ਵੀ ਚਲੋ ਇਹ ਮਸਲਾ ਬਹੁਤ ਵੱਡਾ, ਠੀਕ ਹੈ, ਉਹਨੇ ਕਿਸ ਤਰ੍ਹਾਂ ਟੌਰਚਰ ਕੀਤਾ। ਹੁੰਦੇ ਨੇ ਜੈਂਟਸ ਵੀ ਬਿਲਕੁਲ ਹੁੰਦੇ ਨੇ ਬਹੁਤੀਆਂ, ਮੈਂ ਕਿਉਂਕਿ ਤੁਹਾਨੂੰ ਆਦਤ ਹੋ ਜਾਂਦੀ ਹੈ ਲੇਖਕ ਨੂੰ ਉਸ ਤਰ੍ਹਾਂ ਦੀ ਨਿਗਾਹ ਰੱਖਣ ਦੀ ਨਾ, ਤੀਜੀ ਅੱਖ ਖੋਲ ਕੇ ਤੁਰਨ ਦੀ। ਬਹੁਤ ਸਾਰੀਆਂ ਫੈਮਲੀਜ਼ ਦੇ ਵਿੱਚ ਇਦਾਂ ਦਾ ਦੇਖਿਆ ਕਿ ਹਸਬੈਂਡ ਉਸ ਚੀਜ਼ ਨੂੰ ਪੀ ਜਾਂਦੇ ਆ ਬੱਚਿਆਂ ਦੀ ਖਾਤਰ। ਓਬਵੀਅਸ ਹੈ, ਨੈਚੁਰਲ ਹੈ, ਕੁਦਰਤੀ ਹੈ ਸਾਰਾ। ਪਰ ਜੇ ਨਾਰੀਵਾਦ ਦੇ ਪੱਖ ਤੋਂ ਮੈਂ ਸੋਚਾਂ ਤਾਂ ਨਾਰੀਵਾਦ ਤੁਹਾਨੂੰ ਜਾ ਕੇ ਪਹਿਲਾਂ ਪਿੰਡਾਂ ਤੋਂ ਸ਼ੁਰੂ ਕਰਨਾ ਪਊ। ਅਵੇਅਰਨੈਸ ਸਭ ਤੋਂ ਪਹਿਲਾ ਸਟੈਪ ਆਊਗਾ, ਲੇਡੀਜ਼ ਦੀ ਸਿੱਖਿਆ। ਆਪਣੇ ਪਤਾ ਪਿੰਡਾਂ 'ਚ ਕੁੜੀਆਂ ਕਿਉਂ ਪੜ੍ਹਦੀਆਂ ਨੇ ਕਿ ਘੱਟੋ ਘੱਟ ਗ੍ਰੈਜੂਏਸ਼ਨ ਇਹਦੇ ਵਿਆਹ ਲਈ ਜ਼ਰੂਰੀ ਹੈ। ਸਿਰਫ ਮੈਟਰੀਮੋਨੀਅਲ, ਉੱਥੇ ਇਹ ਥੋੜੀ ਹੈ ਕਿ ਇਹਨੇ ਕੱਲ ਨੂੰ ਜੌਬ ਕਰਨੀ ਆ ਹਨਾ। BA ਕਰਵਾਈ, ਮੇਰੀਆਂ ਸਟੂਡੈਂਟ ਰਤਨ ਜੀ BA ਫਸਟ ਈਅਰ 'ਚ ਇੰਗੇਜਮੈਂਟ ਹੋ ਜਾਂਦੀ ਹੈ, BA ਸੈਕੰਡ ਈਅਰ 'ਚ ਵਿਆਹ ਕਰ ਦਿੰਦੇ ਆ, BA ਫਾਈਨਲ ਛੁੱਟ ਜਾਂਦੀ ਹੈ। ਮੈਂ ਕਿੰਨੀਆਂ ਕੁੜੀਆਂ ਦੇ ਘਰਦਿਆਂ ਦੀ ਕਾਉਂਸਲਿੰਗ ਕਰਕੇ ਵੀ ਇਹਨੂੰ BA ਤਾਂ ਕਰ ਜਾਣ ਦਿਓ, ਵਿਆਹ ਹੀ ਦੇਣੀ ਹੈ, ਕਰਨਾ ਕੰਮ ਓਕੇ, ਪਰ ਤੁਸੀਂ ਘੱਟੋ ਘੱਟ BA ਤਾਂ ਕਰਨ ਦਿਓ, ਆਪਣੇ ਆਪ 'ਚ ਇੱਕ ਰਹੂਗਾ। ਸਭ ਤੋਂ ਪਹਿਲੀ ਚੀਜ਼ ਐਜੂਕੇਸ਼ਨ। ਫਿਰ ਆਪਣੇ ਸਿਸਟਮ ਦੇ ਵਿੱਚ ਇੱਕ ਜਿਹੜੀ ਮੈਨੂੰ ਲੱਗਦੀ ਹੁੰਦੀ ਹੈ, ਅਕਸਰ ਵਿਆਹ ਦੇ ਮਸਲੇ 'ਚ ਮਿਡਲ ਕਲਾਸ 'ਚ ਰੌਲਾ ਪੈਂਦਾ, ਹਾਏ ਜੀ ਕੁੜੀ ਨੇ ਘਰ ਵੰਡਾਤਾ, ਹਾਏ ਜੀ ਕੁੜੀ ਨੇ ਮੁੰਡੇ ਨੂੰ ਮਾਪਿਆਂ ਤੋਂ ਤੋੜਤਾ। ਪਹਿਲੀ ਗੱਲ ਤਾਂ ਉਹ ਆਪ ਮਾਪਿਆਂ ਤੋਂ ਟੁੱਟ ਕੇ ਆਈ ਹੈ। ਤੁਸੀਂ ਉਹਦੀ ਜੜ ਇੱਕ ਥਾਂ ਤੋਂ ਦੂਜੀ ਥਾਂ ਤੇ ਲੱਗੀ ਹੈ ਹਨਾ, ਉਹ ਟੁੱਟ ਕੇ ਉੱਥੋਂ ਆਈ ਹੈ। ਜਦੋਂ ਉਹਨੂੰ ਸਮਾਜ ਨੇ ਤੋੜ ਕੇ ਲਿਆਂਦਾ, ਬਈ ਇਹ ਫਿਰ ਕਿੱਥੋਂ ਦਾ ਹੋ ਗਿਆ? ਜਾਂ ਤਾਂ ਦੋਨੋਂ ਜਾਣੇ ਵੱਖਰੇ ਰਹਿਣ, ਫੋਰਨ ਦਾ ਸਿਸਟਮ ਹੈ, ਅਲੱਗ ਜਾ ਕੇ ਤੁਸੀਂ ਰਹਿ ਰਹੇ ਹੋ, ਕਿਸੇ ਨੂੰ ਕਿਸੇ ਦੀ ਕਮੀ ਨਹੀਂ ਮਾਰਦੀ। ਅਸੀਂ ਇਹ ਚਾਹੁੰਦੇ ਹਾਂ ਸਾਡੇ ਮੁਤਾਬਿਕ ਢਲ ਜੇ ਸਾਡੇ ਘਰ ਆ ਕੇ, ਉਹ ਮਾਹੌਲ ਜਿਹੜਾ ਸਿਰਜਿਆ ਜਾਂਦਾ ਤਾਂ ਆਪਣੀ ਅਗਰੈਸ਼ਨ ਕਿਸੇ ਨਾ ਕਿਸੇ ਤਰੀਕੇ 'ਚ ਕੱਢਦੀ ਹੈ। ਤਾਂ ਇਹ ਬਹੁਤ ਵੱਡਾ। ਮੈਂ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੇ ਨਿੱਜੀ ਤਜਰਬਿਆਂ ਦੇ ਵਿੱਚ, ਆਪਣੇ ਆਲੇ ਦੁਆਲੇ, ਆਪਣੇ ਪਰਿਵਾਰ 'ਚ, ਤੁਸੀਂ ਕਿੱਥੇ ਗੱਲ ਕਰਦੇ ਹੋ ਜੀ ਡਰੈਸਸ ਪਾਉਣ ਦੀ, ਤੁਸੀਂ ਕਿੱਥੇ ਗੱਲ ਕਰਦੇ ਹੋ ਵੀ ਰਾਤਾਂ ਆਪਣੀ ਮਰਜ਼ੀ ਨਾਲ ਕਿਤੇ ਰਹਿ ਰਹੇ ਆ, ਸਹੇਲੀਆਂ ਨਾਲ ਜਾਣਾ ਗਰੁੱਪਾਂ 'ਚ, ਹਾਲੇ ਤੱਕ ਤਾਂ ਇਹ ਵੀ ਅਲਾਉ ਨਹੀਂ ਕਿ ਤੁਸੀਂ ਪੁੱਛੇ ਵੀ ਨਾ ਪੇਕੇ ਚਲੇ ਜਾਓ। ਮੈਂ ਬੜੀ ਗਰਾਊਂਡ ਰਿਐਲਿਟੀ ਦੀ ਗੱਲ ਕਰਦੀ ਹਾਂ ਕਿ ਕੁੜੀਆਂ ਪੁੱਛਦੀਆਂ ਨੇ, ਹਾਮੀ ਮਿਲਦੀ ਹੈ ਪਹਿਲਾਂ ਘਰ ਵਾਲੇ ਦੀ, ਫਿਰ ਸੱਸ ਦੀ ਜੀ, ਫਿਰ ਪੇਕੇ ਜਾਣ। ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਤੁਸੀਂ ਜਾਣ ਦੀ ਗੱਲ ਕਰੀ, ਜੇ ਉਹ ਪੇਕੇ ਵੀ ਜਾਂਦੀਆਂ, ਤੁਹਾਨੂੰ ਲੱਗਦਾਗਾ ਨਹੀਂ ਵੀ ਇੱਕ ਕੁੜੀ ਦੀ ਮਾਂ ਉਹਨੂੰ ਪਹਿਲਾਂ ਹੀ ਇਹ ਸਾਰਾ ਕੁਝ ਸਿਖਾ ਕੇ ਤੋਰਦੀ ਹੈ? ਉੱਥੋਂ ਸਿੱਖਿਆ ਹੀ ਉਹਨੂੰ ਇਹ ਚੀਜ਼ ਦੀ ਮਿਲਦੀ ਹੈ ਵੀ ਤੂੰ ਸਾਰਾ ਕੁਝ ਪੁੱਛ ਕੇ ਆਪਣੀ ਸੱਸ ਨੂੰ, ਸਹੁਰੇ ਨੂੰ ਜਾਂ ਆਪਣੇ ਪਤੀ ਨੂੰ ਪੁੱਛ ਕੇ ਕਰਨਾ ਹੈਗਾ। ਜਿਹੜੀ ਪਤੀ ਦੀ ਪਰਮੇਸ਼ਵਰ ਵਾਲੀ ਪਰਿਭਾਸ਼ਾ ਗਈ, ਉਹ ਕਿੱਦਾਂ ਗਈ? ਇਹ ਉਹੀ ਚੀਜ਼ ਆ ਗਈ, ਸਦੀਆਂ ਤੋਂ ਪੋਲਿਸ਼ ਕੀਤੀ ਹੋਈ ਹੈ। ਹੁਣ ਜੇ ਉਸ ਸਦੀਆਂ ਦੀ ਪੋਲਿਸ਼ ਦੇ ਵਿੱਚ ਕੋਈ ਨੌਂ ਨਾਲ ਖਰੌਂਚ ਪੈਦਾ ਕਰਦਾ, ਉਹ ਫਿਰ ਉਹ ਬੜੀ ਕੁੜੀ ਐਂ ਲੱਗਦਾ ਵੀ ਇਹ ਤਾਂ ਕਰੈਕਟਰਲੈਸ। ਤੁਸੀਂ ਨਿਕਿਤਾ ਦੀਆਂ ਇੰਟਰਵਿਊ ਦੇ ਨੀਚੇ ਲਿਖੇ ਸ਼ਬਦਾਂ ਤੋਂ ਪੜ੍ਹ ਸਕਦੇ ਹੋ, ਜਿਹੜਾ ਬੰਦਾ ਮਾਂ ਦੀ ਗਾਲ ਕੱਢ ਕੇ, ਭੈਣ ਦੀ ਗਾਲ ਕੱਢ ਕੇ ਕਹਿ ਰਿਹਾ ਤੂੰ ਸਾਡੀਆਂ ਭੈਣਾਂ ਨੂੰ ਵਿਗਾੜੇਂਗੀ, ਉਹ ਕਿੱਥੋਂ ਤੱਕ ਸੰਭਲਿਆ ਹੋਇਆ ਹੈ ਨਾ। ਤੁਸੀਂ ਕਿਸ ਤਰ੍ਹਾਂ ਦੀਆਂ ਗਾਲਾਂ ਵਰਤ ਰਹੇ ਹੋ। ਇਹ ਆਸ਼ੀਰਵਾਦ ਮੁੰਡਿਆਂ ਲਈ, ਗਾਲਾਂ ਭੈਣਾਂ ਦੇ ਲਈ ਹੈ ਤੇ ਹੈ ਨਾ ਚੀਜ਼ਾਂ, ਕੁਝ ਤੇ ਫਰਕ ਹੈ। ਮੈਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਨੋਟਿਸ ਕਰਦੀ ਹਾਂ, ਸਵੇਰੇ ਸੈਰ ਕਰਦਿਆਂ ਕੋਈ ਲੇਡੀ ਨਹੀਂ ਹੁੰਦੀ, ਉਹਨੂੰ ਹੈਲਥ ਦੀ ਜ਼ਰੂਰਤ ਨਹੀਂ। ਤੁਸੀਂ ਸ਼ਾਪ ਤੇ ਚਲੇ ਜਾਂਦੇ ਹੋ, ਮਾਰਕੀਟ, ਸ਼ਾਮ ਨੂੰ ਚਲੇ ਗਏ ਬਾਜ਼ਾਰ, ਸਾਰੀਆਂ ਫਾਸਟ ਫੂਡ ਦੀਆਂ ਰੇਹੜੀਆਂ ਤੇ ਸਾਰੀਆਂ ਸ਼ਾਪਸ ਤੇ ਬੰਦੇ ਹੁੰਦੇ ਆ, ਲੇਡੀ ਦਾ ਜੀ ਨਹੀਂ ਕਰਦਾ, ਉਹ ਘਰੇ ਬੈਠ ਕੇ ਖਾਊਗੀ। ਹਾਲਾਂਕਿ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ, ਪਰ ਜੇ ਸੋਚੀਏ ਤਾਂ ਹੈ ਵੀ ਹੈ। ਨਸ਼ਾ ਹੈ ਬੰਦਿਆਂ ਲਈ, ਨਹੀਂ ਕਰਨਾ। ਕੋਈ ਪਾਰਟੀਆਂ ਨੇ, ਸ਼ਾਮ ਨੂੰ ਮੁੰਡੇ ਇਕੱਠੇ ਹੋ ਗਏ ਜੀ, ਰਿਲੈਕਸ ਹੋ ਰਹੇ ਨੇ ਕਿਉਂਕਿ ਕੰਮ ਦੀ ਬੋਦਰੇਸ਼ਨ। ਪਰ ਅੱਜ ਦੇ ਸਮੇਂ 'ਚ ਗੱਲ ਨਹੀਂ ਹੋ ਸਕਦੀ ਕਿਉਂਕਿ ਕੰਮ ਦੀ ਬੋਦਰੇਸ਼ਨ ਲੇਡੀ ਨੂੰ ਉੱਡੀ ਹੋਈ ਹੈ ਜੀ। ਇਹ ਜਦੋਂ ਤੋਂ ਅਸੀਂ ਦਹਲੀਜ਼ ਬਾਹਰ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਰਿਕੁਆਇਰਮੈਂਟ ਬਣ ਗਈ ਵੀ ਦੋਨੋਂ ਚੀਜ਼ਾਂ ਬਰਾਬਰ ਚੱਲਣ ਜੀ, ਹੈਨਾ। ਕਈ ਵਾਰ ਅਸੀਂ ਬੜਾ ਹੱਸਦੇ ਹਾਂ, ਬੜੇ ਗੱਲ ਬੜੀ ਹੁੰਦੀ ਹੈ ਕਿ ਜੀ ਵਿਆਹ ਤੇ ਚੱਲੇ ਆ ਤੇ ਹੁਣ ਤਾਂ ਪੀਣੀ ਪੈਣੀ ਹੈ। ਉਹ ਕਹਿੰਦੇ ਜੀ ਨੱਚਿਆ ਨਹੀਂ ਜਾਣਾ ਪੀਤੇ ਬਿਨਾ। ਅਸੀਂ ਕਹਿੰਦੇ ਵੀ ਅਸੀਂ ਕਮਲੀਆਂ, ਸਾਡੇ ਮੂਹਰੇ ਜਨਰੇਟਰ ਲਾ ਦੋ ਤਾਂ ਉਹ ਵੀ ਨੱਚ ਲਾਂਗੇ। ਕਿਤੇ ਨਾ ਕਿਤੇ ਪੋਲਿਸ਼ ਕੀਤਾ ਗਿਆ ਨਾ, ਤੁਹਾਡੇ ਮਨ 'ਚ ਭਰਿਆ ਗਿਆ ਵੀ ਬਈ ਤੂੰ ਤਾਂ ਮੁੰਡਾ। ਮੈਨੂੰ ਬੜੀ ਹੋਈ ਕਿ ਨਵਾਂ ਗਾਣਾ ਆਇਆ, ਆਈ ਥਿੰਕ ਨਿਮਰਤ ਖਹਿਰਾ ਦਾ, ਚਲੋ ਬਹੁਤ ਵੱਡਾ ਨਾਮ ਹੈ, ਪਰ ਤੁਸੀਂ ਗਾਣੇ 'ਚ ਪਰੋਸ ਕੀ ਰਹੇ ਹੋ ਵੀ ਜੱਟਾਂ ਦਾ ਪੁੱਤ ਵੈਲੀ ਤਾਂ ਹੋ ਗਈ। ਕੀ ਗੱਲ ਬਈ, ਜੱਟਾਂ ਦਾ ਪੁੱਤ ਵੈਲੀ ਹੋਣਾ ਕਿੱਥੇ ਲਿਖ ਕੇ ਦਿੱਤਾ ਹੋਇਆ? ਕਿਹੜਾ ਜੱਟ ਜੱਟ ਜੱਟ, ਹਨਾ। ਅਸੀਂ ਕਵੀ ਬਣ ਜਾਂਦੇ ਹਾਂ, ਕਵੀ ਬਣ ਕੇ ਪਿੱਛੇ ਸਾਡੇ ਨਾਮ ਦੇ ਸਿੱਧੂ, ਭੁੱਲਰ, ਸਭ ਕੁਝ ਚੱਲਦਾ। ਮੈਨੂੰ ਇਸ ਗੱਲੋਂ ਮਾਨਸਾ ਦੇ ਗੁਰਪ੍ਰੀਤ ਸਰ ਨੇ, ਮੈਨੂੰ ਬਹੁਤ ਸੋਹਣਾ ਲੱਗਦਾ, ਉਹ ਕਹਿੰਦੇ ਕਵੀ ਦਾ ਤਾਂ ਮੈਂ ਇਹ ਵੀ ਨਹੀਂ ਦੱਸਣਾ ਚਾਹੁੰਦਾ ਮੇਲ ਹੈ ਫੀਮੇਲ ਹੈ, ਕੀ ਲਿਖਾਰੀ ਤੇ ਕੀ ਲਿਖਾਰੀ, ਉਹ ਸਿਰਫ ਜੀ ਕਲਮਾਂ ਵਾਲਾ ਹੈ, ਉਹ ਗੁਰਪ੍ਰੀਤ ਹੈ, ਹੈਨਾ। ਉਹਦੇ ਤੋਂ ਇਹ ਨਾ ਪਤਾ ਚੱਲੇ ਮੁੰਡਾ ਹੈ ਕੁੜੀ, ਉਹ ਕਿਹੜੀ ਜਾਤ ਦਾ, ਫਿਰ ਤੁਸੀਂ ਕੀ ਰੱਖਣਾ, ਕੀ ਦਿਖਾਉਣਾ ਚਾਹੁੰਦੇ ਹੋ। ਤੇ ਇਹ ਲੇਖਕ ਤਾਂ ਫਿਰ ਤੁਹਾਡੇ ਸਾਹਮਣੇ ਹੀ ਹੈ, ਇੰਨਾ ਤਾਂ ਸਾਹਿਤ ਦਾ ਫਰਕ ਰਵੇ ਇਸ ਚੀਜ਼ 'ਚ। ਸਿਮਰਨ ਜੀ ਤੁਸੀਂ ਕਲਮ ਦੀ ਗੱਲ ਕਰੀ, ਕਲਮ ਦੀ ਤਾਕਤ ਤੇ ਕਲਮ ਦੋਨੇ ਅਲੱਗ-ਅਲੱਗ ਕਰਤਾ, ਇਹਦੇ 'ਚ ਕਸੂਰਵਾਰ ਕੌਣ ਆ? ਅੱਜ ਦਾ ਜੋ ਲਿਖਾਰੀ ਆ ਉਹ ਕਸੂਰਵਾਰ ਆ, ਕਿਉਂਕਿ ਕਾਫੀ ਲਿਖਾਰੀਆਂ ਤੇ ਇਹ ਵੀ ਆਰੋਪ ਲੱਗਦੇ ਆ ਵੀ ਇਹ ਸਰਕਾਰੀ ਕਵੀ ਹੈ, ਸਰਕਾਰ ਦੀ ਥੋੜੀ ਜਿਹੀ ਤਾਰੀਫ ਕਰਦੇ ਆ, ਕੁਝ ਇਨਾਮਾਂ ਲਈ, ਕੁਝ ਸ਼ੌਹਰਤ ਲਈ। ਇਸ ਨੂੰ ਕਿਵੇਂ ਕਹਿੰਦੇ? ਦੇਖੋ ਯਕੀਨਨ
ਇਹ ਤਾਂ ਆਪਾਂ ਨਹੀਂ ਆਖ ਸਕਦੇ ਵੀ ਇੱਕ ਫੀਲਡ ਇਦਾਂ ਦਾ ਜੀ ਜਿਹੜਾ ਬੜਾ ਪਾਕ ਪਵਿੱਤਰ ਤਰੀਕੇ ਨਾਲ ਵਗਦਾ ਜਾਊਗਾ, ਹੈ ਨਾ। ਇੱਥੇ ਤਾਂ ਧਰਮ ਹੀ ਪਵਿੱਤਰ ਨਹੀਂ ਹੈ, ਹੋਰ ਅਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਇਹ ਜ਼ਿਕਰ ਹੀ ਨਹੀਂ ਕਰ ਸਕਦੇ। ਯਕੀਨਨ ਹੈਗੇ ਨੇ ਗਰੁੱਪ, ਬੜੇ ਤਗੜੇ ਬਣੇ ਹੋਏ ਨੇ, ਹਨਾ। ਉਹ ਇੱਕ ਐਦਾਂ ਦੇ ਗਰੁੱਪ, ਕੁਝ 10 ਬੰਦੇ ਅਲੱਗ ਜੁੜੇ ਹੋਏ, ਕੁਝ 10 ਬੰਦੇ ਐਦਾਂ ਦੇ ਵੀ ਉਹ ਤੁਹਾਨੂੰ ਇਹ ਸੋਚਣਗੇ ਵੀ ਲੈ ਅੱਛਾ ਤੂੰ ਹੁਣ ਬੜੀ ਚੀਜ਼ ਹੋ ਗਈ, ਤੂੰ ਬੜੀ ਹੁਣ ਕਵਿਤਰੀ ਬਣ ਗਈ। ਐਦਾਂ ਦੇ ਐਕਸਪੀਰੀਅੰਸ ਵੀ ਕਈ ਜਾਣਿਆਂ ਨੇ ਸ਼ੇਅਰ ਕੀਤੇ ਆ। ਇੱਕ ਤਰੀਕਾ ਪਤਾ ਕੀ ਹੈ, ਬਹੁਤੇ ਨਾ ਮੈਂ ਰੋਕਣਾ ਚਾਹੂੰਗਾ, ਹੋ ਸਕਦਾ ਹੁਣ ਤੁਹਾਨੂੰ ਕਹਿ ਦੇਣ ਇਹ ਕੁੜੀ ਨੇ ਕਹਤਾ ਵੀ ਧਰਮ ਵੀ ਪਵਿੱਤਰ ਨਹੀਂ। ਦੇਖੋ ਬਹੁਤ ਸਾਰੀਆਂ ਚੀਜ਼ਾਂ, ਤੁਸੀਂ ਜੇ ਉਹੀ ਗੱਲ ਹੈ ਕਿ ਛੋੜਨਾ ਹੀ ਥਾ, ਸਿਰਫ ਇੱਕ ਬਹਾਨਾ ਚਾਹੀਏ ਥਾ, ਹਨਾ। ਇੱਕ ਬਹਾਨਾ ਲੱਭਣਾ, ਤੁਸੀਂ ਕਿਸੇ ਨੂੰ ਪੂਰੀ ਤਰ੍ਹਾਂ ਉਹ ਕਰ ਦੇਣ ਦਾ, ਖੱਜਲ ਖੁਆਰ ਕਰ ਦੇਣ ਦਾ। ਨਿਗਲੈਕਟ ਕਰਨਾ ਸਭ ਤੋਂ ਵੱਡੀ ਚੀਜ਼ ਹੈ। ਇਹ ਜਿਹੜੇ ਪਹਿਲਾਂ ਤੋਂ ਜੰਮੇ ਹੋਏ ਨੇ ਜੀ, ਸਰਕਾਰੀ ਉਹਦੇ ਤੇ ਨੇ, ਉਹਨਾਂ ਕਵੀ ਦਰਬਾਰਾਂ 'ਚ ਉਹੀ ਗਰੁੱਪ ਹੋਏਗਾ। ਮੈਨੂੰ ਹਲੇ ਸਮਝ ਨਹੀਂ ਆਈ, ਪਰ ਹੌਲੀ ਹੌਲੀ ਸੋਚਦੇ ਹਾਂ ਕਿ ਜੇ ਆਹ ਬੰਦਾ ਇੱਥੇ ਹੈ ਤਾਂ ਫਿਰ ਇਹਦੇ ਨਾਲ ਆਹ ਜਿਹੜਾ ਆਲੇ ਦੁਆਲੇ ਉਹਦਾ ਸੌਰ ਮੰਡਲ ਹੈ ਹੋਊਗਾ ਹੀ ਹੋਊਗਾ। ਉਹਦੇ 'ਚ ਫਿਰ ਦੂਜਾ ਨਹੀਂ ਜੀ ਐਂਟਰ ਕਰ ਸਕਦਾ, ਹਨਾ। ਉਹ ਜਿਵੇਂ ਪੀਚੋ ਬੱਕਰੀ 'ਚ ਜਿੱਥੇ ਉਹਨੇ ਖਾਨਾ ਰੋਕ ਲਿਆ ਤਾਂ ਫਿਰ ਉੱਥੇ ਐ ਨਹੀਂ ਦੂਜਾ ਪੈਰ ਲਾਉਣ ਦੀ ਜਗ੍ਹਾ ਮਿਲ ਜੂ, ਖਾਨਾ ਨਹੀਂ ਮਿਲਦਾ, ਤੁਸੀਂ ਹਲਕਾ ਫੁਲਕਾ ਪੈਰ ਲਾ ਲਓ। ਸੋ ਬਹੁਤ ਜਾਣੇ ਨੇ ਇਹ ਬੜੇ ਸ਼ਰੇਆਮ ਵੀ ਹੁੰਦੇ ਨੇ ਵੀ ਸਾਡੇ ਗਰੁੱਪ 'ਚ ਆ ਜਾ, ਤੈਨੂੰ ਏਦਾਂ ਕਰ ਦਾਂਗੇ। ਇੱਕ ਕਵੀ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਮੈਂ ਕਿਸੇ ਮਹਿਫਿਲ 'ਚ ਅੰਨੀ ਵਾਹ ਮਿਲੀ, ਮੈਨੂੰ ਇੰਨਾ ਪਿਆਰ ਲੋਕ ਆਲੇ ਦੁਆਲੇ, ਪਰ ਕਹਿੰਦੇ ਮੈਂ ਵਾਸ਼ਰੂਮ ਗਿਆ ਤੇ ਉੱਥੇ ਕੋਈ ਵੱਡਾ ਲੇਖਕ, ਵੱਡਾ ਕਵੀ ਮੇਰੇ ਨਾਮ ਨੂੰ ਲੈ ਕੇ ਗਾਲਾਂ ਕੱਢ ਰਿਹਾ ਸੀ। ਤਾਂ ਉਹ ਹੁਣ ਕਿਸ ਚੀਜ਼ ਦੀ ਫਰਸਟ੍ਰੇਸ਼ਨ ਹੈ, ਕਿਸੇ ਚੀਜ਼ ਦੀ ਤਾਂ ਹੈ ਨਾ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਮੈਨੂੰ ਇਹ ਲੱਗਦਾ ਜੇ ਤੁਸੀਂ ਕਹਿੰਦੇ ਹੋ ਕਵਿਤਾ ਇਲਹਾਮ ਹੈ, ਕਵਿਤਾ ਪਰਮਾਤਮਾ ਦੀ ਦਿੱਤੀ ਚੀਜ਼ ਹੈ, ਉਹ ਤੁਹਾਡਾ ਨਿੱਜੀ ਖਿਆਲ ਹੈ ਜਿਹੜਾ ਤੁਸੀਂ ਲੋਕਾਂ ਦਾ ਗਮ ਤੁਹਾਡੇ ਲਈ ਹੋ ਗਿਆ, ਤਾਂ ਫਿਰ ਉੱਥੇ ਤੁਹਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ। ਤੁਹਾਡੀ ਝੋਲੀ ਜੋ ਪੈ ਗਿਆ ਸੋ ਪੈ ਗਿਆ। ਜੇ ਤੁਸੀਂ ਇੱਕ ਵਾਰ ਪੋਲਿਟਿਕਸ ਨੂੰ ਐਨਕਾਂ ਲਾ ਕੇ ਦੇਖਣ ਲੱਗ ਗਏ ਤਾਂ ਨਜ਼ਰ ਵੀ ਗਵਾ ਲਓਗੇ, ਮੈਨੂੰ ਇਹ ਲੱਗਦਾ। ਠੀਕ ਹੈ, ਜੋ ਤੁਹਾਡੀ ਝੋਲੀ ਪੈਂਦਾ ਜਾਂਦਾ ਬਿਸਮਿਲ੍ਲਾ, ਤੁਰਦੇ ਰਹੋ। ਹਾਂ, ਇਹ ਲਾਹਨਤ ਜ਼ਰੂਰ ਹੈ ਬਹੁਤ ਵੱਡੀ। ਤੁਸੀਂ ਕੁਝ ਰਚਨਾਵਾਂ ਵੱਡੇ ਲੇਖਕਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਤੁਸੀਂ ਪੜ੍ਹਦੇ ਹੋ, ਤੁਹਾਤੋਂ ਪੜ੍ਹੀ ਨਹੀਂ ਜਾਂਦੀ ਪੂਰੀ, ਹਨਾ। ਮੈਂ ਇੱਥੇ ਸ਼ਾਇਦ ਇਹ ਵੀ ਬੜਾ ਕੰਟਰੋਵਰਸ਼ੀਅਲ ਰਵੇ, ਸੋਹੇ ਅੱਖਰ ਦੀਆਂ ਲਿਖਤਾਂ ਕਿਤਾਬ ਦਾ ਰਿਕਾਰਡ ਹੈ ਵਿਕਣ ਦਾ। ਤੁਸੀਂ ਕਿਤਾਬ ਜੇ ਪੜ੍ਹੋ, ਮੈਂ ਪੜ੍ਹਨ ਦੇ ਆਧਾਰ ਤੇ ਗੱਲ ਕਰੂੰਗੀ, ਮੈਂ ਨਹੀਂ ਸੋਚਦੀ ਉਹ ਪਰਸਨ ਕਿੱਦਾਂ ਦਾ, ਮੈਂ ਉਹਨਾਂ ਨੂੰ ਕਦੇ ਨਹੀਂ ਮਿਲੀ, ਮੈਨੂੰ ਨਹੀਂ ਪਤਾ ਉਹ ਬੰਦਾ ਕਿੱਦਾਂ ਦਾ ਹੈ, ਕੀ ਉਹਦੀ ਉਮਰ, ਉਹ ਕਿੱਥੋਂ ਦੇ ਨੇ, ਮੈਨੂੰ ਨਹੀਂ ਪਤਾ। ਪਰ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ, ਉਹਨਾਂ ਦੀਆਂ ਕਈ ਕਵਿਤਾਵਾਂ ਟੱਚ ਹੁੰਦੀਆਂ ਨੇ ਆਮ ਬੰਦਿਆਂ ਨੂੰ। ਮੈਂ ਇੱਕ ਛੋਟਾ ਜਿਹਾ ਕੀਤਾ, ਮੈਂ ਉਹਨਾਂ ਦੀ ਕਿਤਾਬ ਪੜ੍ਹਦਿਆਂ ਮੇਰੇ ਪਾਪਾ ਜੀ ਨੇ 75 ਸਾਲ ਦੇ ਉਹਨਾਂ ਦੀ ਉਮਰ ਹੈ, ਮੈਂ ਉਹਨਾਂ ਨੂੰ ਕਵਿਤਾ ਸੁਣਾਈ। ਮੈਂ ਕਿਹਾ ਪਾਪਾ ਜੀ ਆਹ ਸੁਣੋ, ਕਹਿੰਦੇ ਬੜੀ ਸੋਹਣੀ ਗੱਲ ਹੈ, ਹਨਾ, ਕਿਉਂਕਿ ਉਹਨਾਂ ਨੂੰ ਸਿੱਧੀ ਸਮਝ ਆ ਗਈ। ਅੱਛਾ, ਉਹ ਕਿਸੇ ਨੇ ਬੜੇ ਡੂੰਘੇ ਲਫ਼ਜ਼ਾਂ 'ਚ ਬੜੇ ਗਹਿਰੇ ਸ਼ਬਦ ਪਾ ਕੇ ਕੋਈ ਗਜ਼ਲ ਦੇ ਵਿੱਚ ਲਿਖੀ, ਇੱਕ ਪੜ੍ਹਿਆ ਲਿਖਿਆ ਤਬਕਾ ਤਾਂ ਉਹਨੂੰ ਸਮਝ ਜੂਗਾ। ਆਮ ਬੰਦਾ, ਫਿਰ ਜੇ ਤੁਸੀਂ ਕਵਿਤਾ ਨੂੰ ਖੇਤਾਂ ਤੱਕ ਲੈ ਕੇ ਜਾਣਾ, ਕਵਿਤਾ ਨੂੰ ਪਿੰਡਾਂ ਤੱਕ ਲੈ ਕੇ ਜਾਣਾ, ਕਵਿਤਾ ਨੂੰ ਦਿਲਾਂ ਤੱਕ ਲੈ ਕੇ ਜਾਣਾ, ਫਿਰ ਤੁਸੀਂ ਬਈ ਇਹ ਕਿੱਥੇ ਰੱਖਦੇ, ਨਿਯਮ ਤੋਲ ਨਿਯਮ ਸਾਰਾ ਕੁਝ ਕਿੱਥੇ ਹੋਣਾ ਜ਼ਰੂਰੀ ਹੈ। ਇੱਕ ਵਿਧਾ ਦਾ ਨਿਰੋਲ ਬਣਿਆ ਰਹਿਣਾ ਜ਼ਰੂਰੀ ਹੈ, ਪਰ ਉਹਦੇ ਵਿੱਚ ਇਹ ਸੋਚ ਸਮਝ ਕੇ ਬੰਦੇ ਨੂੰ, ਹੁਣ ਉਹਨਾਂ ਨੂੰ ਇਹ ਆਖਿਆ ਜਾਂਦਾ ਜੀ ਖੁੱਲੀ ਕਵਿਤਾ, ਇਹ ਕੀ ਹੋਈ? ਖੁੱਲੀ ਕਵਿਤਾ ਬਹੁਤ ਵੱਡੇ ਨਾਮ ਨੇ ਜਿਹੜੇ ਲਿਖਦੇ ਰਹੇ, ਉਹਨਾਂ ਦੀ ਖੁੱਲੀ ਕਵਿਤਾ ਚੰਗੀ ਹੈ, ਦੂਜੇ ਦੀ ਖੁੱਲੀ ਕਵਿਤਾ ਮਾੜੀ ਹੈ। ਸੋਹੇ ਅੱਖਰ ਕਿਤੇ ਸ਼ਾਮਿਲ ਨਹੀਂ ਉਹਨਾਂ ਨੂੰ ਕਰਨਾ, ਤਾਂ ਕੁਛ ਨਾ ਕੁਛ ਤਾਂ ਹੈ ਨਾ ਜਿਹੜਾ ਜਾਣ ਬੁੱਝ ਕੇ ਘੁਮਾਇਆ ਫਿਰਾਇਆ ਜਾ ਰਿਹਾ। ਠੀਕ ਹੈ, ਹੋ ਸਕਦਾ ਇਸ ਇੰਟਰਵਿਊ ਤੋਂ ਬਾਅਦ ਮੈਨੂੰ ਬੁਲਾਉਣਾ ਵੀ ਬਹੁਤ ਘੱਟ ਹੋ ਜਾਏ। ਸਿਮਰਨ ਜੀ, ਜਿੱਦਾਂ ਤੁਸੀਂ ਕਿਹਾ ਧਰਮ ਇੱਕ ਪਵਿੱਤਰ ਚੀਜ਼ ਨਹੀਂ, ਤੁਹਾਨੂੰ ਇਹ ਨਹੀਂ ਲੱਗਦਾ ਵੀ ਧਰਮ ਇੱਕ ਪਵਿੱਤਰ ਚੀਜ਼ ਹੈ, ਪਰ ਸਾਨੂੰ ਕਹਿਣ ਲਈ ਮਜਬੂਰ ਕਰਤਾ, ਖਾਸ ਕਰਕੇ ਤੁਹਾਡੇ ਵਰਗੀ ਕਵਿਤਰੀ ਨੂੰ ਕਹਿਣ ਲਈ ਇਹ ਚੀਜ਼ਾਂ ਨੂੰ ਮਜਬੂਰ ਕੀਤਾ ਗਿਆ? ਅਸਲ ਦੇ ਵਿੱਚ ਹਰ ਚੀਜ਼ ਕਾਹਦੇ ਨਾਲ ਬਣਦੀ ਹੈ? ਪਰਿਵਾਰ ਬੰਦਿਆਂ ਨਾਲ ਹੈ, ਸਮਾਜ ਬੰਦਿਆਂ ਨਾਲ ਹੈ। ਧਰਮ ਆਪਣੇ ਆਪ 'ਚ ਤਾਂ ਕੁਛ ਨਹੀਂ ਨਾ, ਉਹ ਬੰਦੇ ਮਿਲ ਕੇ, ਹਨਾ। ਗੁਰੂ ਗੋਬਿੰਦ ਸਿੰਘ ਜੀ ਵੀ ਆਖਦੇ ਆ ਵੀ ਖਾਲਸਾ ਕੀ ਹੈ? ਉਹ ਖਾਲਸੇ ਦਾ ਸਰੂਪ ਹੈ, ਉਹ ਖਾਲਸੇ ਨੂੰ ਬਣਾਉਂਦਾ ਨਾ। ਕੱਲਾ ਖਾਲਸਾ ਤਾਂ ਕੁਛ ਵੀ ਨਹੀਂ ਹੈ, ਉਹ ਇੱਕ ਦਿੱਖ ਹੈ, ਉਹ ਪਰਸਨ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਉਹ ਖਾਲਸ ਹੈ। ਫਿਰ ਧਰਮ ਵੀ ਬੰਦਿਆਂ ਨੇ ਬਣਾਇਆ। ਹੁਣ ਜਿੱਥੇ ਜਾ ਕੇ ਤੁਸੀਂ ਉਹਦੀਆਂ ਹੱਦਾਂ ਬੰਨ੍ਹਤੀਆਂ, ਮੈਂ ਅਕਸਰ ਜਦੋਂ ਆਪਾਂ ਕਰਦੇ ਹਾਂ, ਹੁਣ ਸਿੱਖ ਧਰਮ ਹੀ ਲੈ ਲਓ, ਬੜੀ ਛੋਟੀ ਜੀ ਚੀਜ਼, ਡੁੱਬ ਮਰਨਾ ਚਾਹੀਦਾ ਜਿਹਨੇ ਕਿਤੇ ਲਿਖਵਾਇਆ ਰਾਮਗੜੀਆ ਗੁਰਦੁਆਰਾ। ਕੀ ਰਹਿ ਗਿਆ ਰਾਮਗੜੀਆ ਗੁਰਦੁਆਰਾ, ਹੈਨਾ? ਉਹ ਸਿੰਘ ਸਜਿਆ ਸਜ ਬੋਲਿਆ, ਜਾਤ ਪਾਤ ਗਈ ਛੁੱਟ, ਧੀ ਲਈ ਪਰ ਸਿੰਘ ਜੀ ਭਾਲੜ ਜੱਟ ਦਾ ਪੁੱਤ, ਹੈਨਾ? ਇਹ ਫਿਰ ਕਿੱਥੇ ਰਹਿ ਗਿਆ ਧਰਮ? ਸੋ ਧਰਮ ਆਪ ਨਹੀਂ ਵਿਗੜਿਆ। ਤੁਸੀਂ ਗੁਰਬਾਣੀ ਦੇ ਮੀਨਿੰਗ ਲੈ ਲਓ, ਤੁਸੀਂ ਕੁਰਾਨ ਸ਼ਰੀਫ ਚੱਕ ਲਵੋ, ਤੁਸੀਂ ਕਿਤੇ ਗੀਤਾ ਨੂੰ ਪੜ੍ਹੋ, ਵੇਦ ਰਿਗਵੇਦ ਜੋ ਵੀ ਪੜ੍ਹੋਗੇ, ਅੱਖਰ ਸਤਿਅਮ ਸ਼ਿਵਮ ਸੁੰਦਰਮ ਹੈ, ਉਹ ਸ਼ਬਦ ਹੈ, ਉਹਨੇ ਆਪਣਾ ਵਹਾ ਦਿੱਤਾ, ਤੁਸੀਂ ਉਹਦੇ ਅਰਥ ਕੀ ਲੈ ਰਹੇ ਹੋ, ਹੈਨਾ? ਉਹ ਮੈਂ ਇੱਕ ਫਿਲਮ ਹੈ
ਆਪਣੀ ਪਾਕਿਸਤਾਨੀ ਫਿਲਮ ਹੈ ਮੁਹੱਬਤਾਂ ਸੱਚੀਆਂ। ਉਹਦੇ ਵਿੱਚ ਉਹ ਇੱਕ ਛੋਟਾ ਜਿਹਾ ਟੌਪਿਕ, ਹਾਲਾਂਕਿ ਬੜੇ ਸੋਹਣੇ ਤਰੀਕੇ ਨਾਲ, ਕਿ ਉਹਨਾਂ ਦਾ ਬਚਪਨ ਦੇ ਵਿੱਚ ਮੰਗਣੀ ਤੈਅ ਕਰ ਦਿੱਤੀ ਜਾਂਦੀ ਹੈ। ਵੱਡੇ ਹੋਏ ਤੇ ਉਹ ਲੜਕਾ ਹਾਲਾਂਕਿ ਬਹੁਤ ਜਿਹੜਾ ਗੁੰਡਾਗਰਦੀ 'ਚ ਪੈ ਜਾਂਦਾ, ਪਰ ਫਿਰ ਵੀ ਉਹਦੇ ਪੇਰੈਂਟਸ ਸੋਚਦੇ ਆ ਵਿਆਹ ਤੋਂ ਬਾਅਦ ਠੀਕ ਹੋ ਜਾਏਗਾ। ਕੁੜੀ ਕਿਸੇ ਹੋਰ ਨੂੰ ਪਸੰਦ ਕਰਦੀ ਹੈ, ਉਹ ਛੱਡ ਵੀ ਦਿੰਦੀ ਆ ਆਪਣੀ ਪਸੰਦ ਨੂੰ ਵੀ, ਚਲੋ ਜਦੋਂ ਮੈਂ ਉਹਨੂੰ ਨਿਭਾਵਾਂ। ਪਰ ਜਦੋਂ ਪਤਾ ਲੱਗਦਾ ਮੁੰਡਾ ਇਸ ਤਰ੍ਹਾਂ, ਮੁੰਡਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਇੱਕ ਮੈਸੇਜ ਲਾਸਟ ਤੇ ਆਉਂਦਾ ਕਿ ਤੁਸੀਂ ਇਹ ਗਲਤੀ ਨਹੀਂ ਸੀ ਕੀਤੀ ਸਾਨੂੰ ਬਚਪਨ ਤੋਂ ਜਾਣੇ ਬਿਨਾ ਪਹਿਚਾਣੇ ਬਿਨਾ। ਤਾਂ ਉਹਦਾ ਬਾਪ ਆਖਦਾ ਵੀ ਇਹ ਸ਼ਰ੍ਹਾ ਦੇ ਅਨੁਸਾਰ ਸੀ। ਉਹ ਕਹਿੰਦੇ ਨਹੀਂ, ਸ਼ਰ੍ਹਾ ਦੇ ਅਨੁਸਾਰ ਨਹੀਂ, ਸ਼ਰ੍ਹਾ ਤੋਂ ਲਏ ਗਏ ਤੁਹਾਡੇ ਅਰਥਾਂ ਦੇ ਅਨੁਸਾਰ ਸੀ। ਸ਼ਰ੍ਹਾ ਤਾਂ ਇਹ ਵੀ ਆਖਦੀ ਹੈ ਕਿ ਬੰਦੇ ਦੀ ਮਰਜ਼ੀ ਕੀ ਹੈ ਉਹ ਜਾਣਨਾ ਸਭ ਤੋਂ ਵੱਡਾ ਧਰਮ ਹੈ। ਆਪਾਂ ਵੀ ਗੁਰਬਾਣੀ 'ਚ ਵੀ ਇਹੀ ਹੈ ਹਨਾ। ਪਰ ਬੰਦੇ ਨੇ ਉਹਦੇ ਵਿੱਚ ਜਾ ਕੇ ਜਿਹੜੇ ਆਪਣਾ ਕੱਚ ਘਚੌਲਾ ਪਾਇਆ ਉਹ ਜ਼ਿਆਦਾ ਵੱਡੀ ਚੀਜ਼ ਹੈ। ਜੇ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਤੁਹਾਨੂੰ ਲੱਗਦਾ ਨੇਜਿਆਂ ਵਾਲਿਆਂ ਦੀ ਲੋੜ ਹੁੰਦੀ ਆ ਉੱਥੇ ਇਹ ਸਮਝਾਉਣ ਲਈ ਕਿ ਤੇਰੇ ਸਿਰ ਤੋਂ ਚੁੰਨੀ ਤਿਲਕੀ ਹੈ। ਸਾਡੇ ਕੋਲ ਵਿਚਾਰ ਖਤਮ ਹੋ ਗਏ। ਅਸੀਂ ਕਿਸੇ ਵਿਚਾਰ ਨਾਲ ਇਹ ਗੱਲ ਰੱਖ ਸਕਦੇ ਹਾਂ। ਕਿਤੇ ਬੱਚੇ ਨੂੰ ਇਹ ਮਹੱਤਵ ਦੱਸ ਦਿਓ ਵੀ ਸਿਰ ਢੱਕਣਾ ਕਿਉਂ ਜ਼ਰੂਰੀ ਹੈ। ਕਿਤੇ ਬੱਚੇ ਨੂੰ ਇਹ ਦੱਸਦੇ ਆ ਵੀ ਪੈਰ ਕਿਉਂ ਨਹੀਂ ਮਹਾਰਾਜ ਵੱਲ ਕਰਨੇ। ਮੇਰਾ ਬੇਟਾ 4.5 ਸਾਲ ਦਾ, ਜਿਹਨੂੰ ਅਸੀਂ ਕਹਿੰਦੇ ਬੇਟਾ ਐ ਨਹੀਂ, ਪਿੱਠ ਕਰਕੇ ਨਹੀਂ ਬੈਠਣਾ, ਆਪਾਂ ਪੈਰ ਨਹੀਂ ਕਰਨੇ, ਉਹ ਸਵਾਲ ਪੁੱਛਦਾ ਮੰਮੀ ਕਿਉਂ ਨਹੀਂ ਕਰਨੇ, ਤਾਂ ਉਹਨੂੰ ਦੱਸਦੇ ਵੀ ਦੇਖ ਜੇ ਤੇਰੇ ਦਾਦੂ ਬੈਠੇ ਹੁਣ ਆਪਾਂ ਦਾਦੂ ਦੇ ਅੱਗੇ ਪੈਰ ਧਰ ਕੇ ਬੈਠਾਂਗੇ। ਉਹਨੂੰ ਐ ਗੱਲ ਤਾਂ ਸਮਝ ਆ ਜਾਊਗੀ। ਜਿਵੇਂ ਉਹਨੂੰ ਕਹਾ ਮਹਾਰਾਜ ਜੀ ਸੱਚੀ ਸੁੱਚੀ, ਤਾਂ ਉਹਨੂੰ ਨਹੀਂ ਪਤਾ ਚੱਲਦਾ। ਇਸੇ ਤਰ੍ਹਾਂ ਉਹਨੂੰ ਦੱਸਦੇ ਵੀ ਕਿਤਾਬ ਹੈ, ਸ਼ਬਦ ਹੈ, ਇਹਦੇ ਵਿੱਚ ਦੇਖ ਆਪਾਂ ਜਿਵੇਂ ਕਵਿਤਾ ਲਿਖਦੇ ਆ, ਮੰਮਾ ਦੀ ਕਵਿਤਾ ਦੀ ਕਿਤਾਬ ਹੈ, ਮੰਮਾ ਕਿੰਨੇ ਪਿਆਰ ਨਾਲ ਰੱਖਦੇ, ਆਪਾਂ ਐ ਇਹਨੂੰ ਪਿਆਰ ਕਰਦੇ ਆ, ਇਹ ਇੱਕ ਤਰੀਕਾ। ਪਰ ਜੇ ਤੁਸੀਂ ਉਹਨੂੰ ਨੇਜਿਆਂ ਦੇ ਹਿਸਾਬ ਦੇ ਨਾਲ ਉੱਥੇ ਸਿਕਿਉਰਿਟੀ ਗਾਰਡ ਰੱਖ ਕੇ, ਜਿਹੜੇ ਬੀਬੀ ਦੀ ਚੁੰਨੀ ਵੀ ਨੇਜੇ ਤੇ ਚੱਕ ਕੇ, ਤਾਂ ਫਿਰ ਧਰਮ ਦੇ ਵਿੱਚ ਬੰਦਿਆਂ ਨੇ ਬਹੁਤ ਕੁਝ ਜਾ ਕੇ ਘੋਲ ਦਿੱਤਾ ਜੀ। ਇਸ ਕਰਕੇ ਆਪਾਂ ਕਹਿੰਦੇ ਧਰਮ ਗੰਦਲਾ ਹੋ ਗਿਆ ਜੀ। ਸਿਮਰਨ ਜੀ, ਮੈਂ ਹੁਣ ਚਾਹੂੰਗਾ ਤੁਹਾਡੀ ਕਿਤਾਬ ਦੇ ਵਿੱਚੋਂ ਕੁਝ ਹੋ ਜੀ। ਕਿਤਾਬ ਮੇਰੀ ਲੇਟੈਸਟ ਜਿਹੜੀ ਪਿਛਲੇ ਸਾਲ ਉਹਦਾ ਇੱਕ ਐਡੀਸ਼ਨ ਆਇਆ, ਸੈਕਿੰਡ ਐਡੀਸ਼ਨ ਇਸ ਵਾਰ ਛਪਿਆ, ਕਹਾਣੀ ਸੰਗ੍ਰਹਿ ਮੈਂ ਤੇ ਉਹ। ਮੈਂ ਵੈਸੇ ਕਵਿਤਾ ਲਿਖਦੀ ਹਾਂ, ਬਹੁਤਿਆਂ ਨੂੰ ਤਾਂ ਹਲੇ ਤੱਕ ਵੀ ਇਹ ਹੈ ਕਿ ਉਹ ਕਵਿਤਾ ਦੀ ਹੈ, ਪਰ ਮੈਨੂੰ ਕਈ ਆਉਂਦੇ ਨੇ ਜੀ ਮੈਸੇਜ ਆਉਂਦਾ ਮੈਮ ਤੁਹਾਡੀ ਕਿਤਾਬ ਭੇਜ ਦਿਓ, ਪਰ ਮੈਂ ਪਹਿਲਾਂ ਦੱਸਦੀ ਹਾਂ ਵੀ ਉਹ ਕਹਾਣੀਆਂ ਨੇ। ਤੁਸੀਂ ਕਵਿਤਰੀ ਦੇ ਤੌਰ ਤੇ ਪਸੰਦ ਕਰਦੇ ਹੋ, ਕੱਲ ਨੂੰ ਤੁਹਾਨੂੰ ਲੱਗੇ ਵੀ ਆਹ ਕੀ ਧੋਖਾ ਕੀਤਾ ਵੀ ਉਹਨਾਂ ਨੇ ਕਿਤਾਬ ਭੇਜਦੀ, ਤਾਂ ਇਹ ਵੀ ਇੱਕ ਹੈ ਕਿ ਮੈਂ ਪਹਿਲਾਂ ਦੱਸ ਦੇਵਾਂ। ਕਹਾਣੀਆਂ ਜੀ ਲਿਖੀਆਂ ਗਈਆਂ ਸੀ ਮਨ ਚ ਆਉਂਦੇ ਆ, ਜਾਂ ਫਿਰ ਥੀਏਟਰ ਕਰਕੇ ਜੁੜੀ ਹੋਣ ਕਰਕੇ ਹਨਾ, ਜਾਂ ਸ਼ੁਰੂ ਤੋਂ ਇੱਕ ਉਸ ਤਰ੍ਹਾਂ ਦਾ ਮਨ ਚ ਰਹਿੰਦਾ ਸੀ। ਮੰਮਾ ਹੋਰੇ ਦੱਸਦੇ ਆ ਵੀ ਨਿੱਕੀ ਹੁੰਦੀ ਵੀ ਸ਼ੀਸ਼ੇ 'ਚ ਮੂੰਹ ਬਣਾ ਕੇ ਕੁਛ ਨਾ ਕੁਛ ਬੋਲਦੀ ਰਹਿੰਦੀ ਸੀ, ਤਾਂ ਉਹ ਮਨ 'ਚ ਸੀ ਕਹਾਣੀ। ਤਾਂ ਉਹ 11 ਕਹਾਣੀਆਂ ਉਹਦੇ ਵਿੱਚ ਸ਼ਾਮਿਲ ਨੇ। ਉਸ ਕਹਾਣੀ ਦਾ ਜਿਸ ਤਰ੍ਹਾਂ ਰਿਵਿਊ ਆਇਆ, ਔਰ ਮੈਂ ਵੀ ਉਹਦੇ 'ਚ ਇਹੀ ਕੋਸ਼ਿਸ਼ ਕੀਤੀ ਆ, ਨਾਰੀਵਾਦ ਜਿੱਥੇ ਹੈ ਜੀ ਉਹ ਤੁਹਾਡੇ ਨਿੱਜੀ ਤਜਰਬਿਆਂ ਦੇ ਵਿੱਚੋਂ, ਮੈਂ ਉਹਨੂੰ ਛੱਡ ਨਹੀਂ ਸਕਦੀ। ਕਈ ਵਾਰ ਕਿਸੇ ਨਾਲ ਬਹਿਸ ਵੀ ਛਿੜਦੀ ਆ, ਮੈਂ ਉਹਨਾਂ ਨੂੰ ਸਵਾਲ ਕਰਦੀ ਆ ਵੀ ਆਹ ਗੱਲਾਂ ਨੇ, ਹੁਣ ਇਹ ਦੱਸੋ ਇਹ ਨਾਰੀਵਾਦ ਹੋਣਾ ਨਹੀਂ ਚਾਹੀਦਾ ਹਨਾ। ਘੱਟੋ ਘੱਟ ਜਿਹੜੀ ਚੀਜ਼ ਨਹੀਂ ਮਿਲ ਰਹੀ ਉਹਨੂੰ ਪਾਉਣ ਦੇ ਲਈ ਤਾਂ ਹੋਣਾ ਚਾਹੀਦਾ। ਹਾਂ, ਅੱਗੋਂ ਜਾ ਕੇ ਇਹ ਚੀਜ਼ ਐ ਹੋ ਜੂ ਉਹ ਬਾਅਦ ਦੀ ਗੱਲ ਹੈ, ਆਪਾਂ ਸੋਚਣ ਦਾ ਬਣਦਾ, ਪਰ ਐ ਨਹੀਂ, ਸਟਾਰਟਿੰਗ ਸਟੇਜ ਤੇ ਨਹੀਂ ਹਨਾ। ਤਾਂ ਉਹਦੇ ਵਿੱਚ ਕਹਾਣੀਆਂ ਕੁਛ ਇਸ ਤਰ੍ਹਾਂ ਦੀਆਂ ਨਿੱਜੀ ਤਜਰਬੇ, ਕੁਝ ਨਿਰੋਲ ਕਾਲਪਨਿਕ ਨੇ, ਸਮਾਜ ਦੇ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ, ਕਾਸਟ ਸਿਸਟਮ ਵੀ ਆ ਉਹਦੇ 'ਚ, ਵਰਕਿੰਗ ਵੂਮਨ ਤੇ ਵੀ ਗੱਲ ਕੀਤੀ ਗਈ ਆ ਉਹਦੇ ਵਿੱਚ। ਉਹਦੇ 'ਚ ਇੱਕ ਔਰਤ ਦੇ ਅੰਦਰਲੀ ਅੱਗ ਜਦੋਂ ਫਿਰ ਨਹੀਂ ਕਾਬੂ ਰਹਿੰਦੀ, ਅੱਗ ਮੀਨ ਉਹਦੇ ਅੰਦਰਲਾ ਰੋਹ, ਫਿਰ ਉਹ ਕਿਹੜੇ ਤਰੀਕੇ ਨਾਲ ਨਿਕਲਦਾ। ਛਿੰਦੇ ਦੀ ਰਣ ਵਰਗੀਆਂ ਕਹਾਣੀਆਂ। ਮਾਂ ਵਰਗੀ ਇੱਕ ਕਹਾਣੀ ਹੈ, ਨਾਮ ਉਹਦਾ ਮਾਂ ਵਰਗੀ, ਤਾਂ ਉਹ ਇੱਕ ਲੇਡੀ ਹੈ ਜਿਹੜੀ ਲੋਅਰ ਕਲਾਸ ਸੀ, ਉਹ ਕਿਸ ਤਰ੍ਹਾਂ ਆਪਣੇ ਬੱਚੇ ਲਈ ਕਿਸੇ ਵੀ ਹੱਦ ਤੱਕ ਚਲੀ ਜਾਂਦੀ ਹੈ, ਫਿਰ ਅਸੀਂ ਉਹਨੂੰ ਕਰੂਰਤਾ ਦਾ ਨਾਮ ਵੀ ਦੇ ਦਿੰਦੇ ਹਾਂ ਹੈ ਨਾ। ਉਹ ਬੱਚੇ ਦੇ ਲਈ ਕੁਝ ਵੀ ਕਰਦੀ ਹੈ। ਕੁਝ ਇੱਕ ਕਹਾਣੀਆਂ ਇਸ ਤਰ੍ਹਾਂ ਦੀਆਂ ਨੇ ਜਿਹਦੇ ਵਿੱਚ ਇੱਕ ਐਦਾਂ ਦੇ ਮਰਦ ਦੀ ਖੋਜ ਹੈ, ਦਿਖਾਇਆ ਵੀ ਉਹਦੇ ਵਿੱਚ ਗਿਆ। ਉਹ ਇੱਕ ਲੇਖਕ ਦੀ ਉਸ ਸਮਾਜ ਦੀ ਖੋਜ ਹੈ ਵੀ ਐਦਾਂ ਵੀ ਹੁੰਦੇ ਨੇ। ਮੈਂ ਉਹਦੇ 'ਚ ਇੱਕ ਡਾਇਲੋਗ ਲਿਖਿਆ, ਇੱਕ ਕਹਾਣੀ ਸੁਪਨਿਆਂ ਦਾ ਸਫ਼ਰ ਦੇ ਵਿੱਚ ਵੀ, ਉੱਥੇ ਜਾ ਕੇ ਮੇਰਾ ਭਰਮ ਟੁੱਟਦਾ ਵੀ ਮਰਦ ਸਿਰਫ ਮਰਦ ਹੀ ਨਹੀਂ ਹੁੰਦੇ, ਕੁਝ ਬੰਦੇ ਸਿਰਫ ਬੰਦੇ ਹੀ ਨਹੀਂ ਹੁੰਦੇ ਹਨਾ। ਉਹ ਆਰ ਵੀ ਹੁੰਦੇ ਨੇ, ਪਾਰ ਵੀ ਹੁੰਦੇ ਨੇ, ਸੇਮ ਲੇਡੀਜ਼ ਵੀ ਸੇਮ ਹੈ। ਕੁਦਰਤ ਨੇ ਦੋ ਚੀਜ਼ਾਂ ਬਣਾਈਆਂ, ਦੋਨੋਂ ਪਾਰ ਦੀਆਂ ਨੇ। ਤਾਂ ਕੁਝ ਇਸ ਤਰ੍ਹਾਂ ਦੀਆਂ ਬੈਲੈਂਸ ਵਾਲੀਆਂ ਕਹਾਣੀਆਂ ਵੀ ਨੇ। ਮੇਨ ਚੀਜ਼ ਕਹਾਣੀਆਂ ਦੇ ਵਿੱਚ, ਕਵਿਤਾਵਾਂ ਦੇ ਵਿੱਚ ਵੀ ਇਹ ਹੁੰਦੀ ਹੈ, ਇੱਕ ਤਾਂ ਜੋ ਸਮਾਜ ਸਾਨੂੰ ਦਿਖ ਰਿਹਾ ਜੀ, ਇੱਕ ਹੁੰਦੀ ਹੈ ਕਿ ਜੋ ਸਮਾਜ ਅਸੀਂ ਦੇਖਣਾ ਚਾਹੁੰਦੇ ਹਾਂ। ਹਮੇਸ਼ਾ ਅਸੀਂ ਉਸੇ ਚੀਜ਼ ਨੂੰ ਲਿਖਦੇ ਹਾਂ ਵੀ ਕਾਸ਼ ਕਿਤੇ ਆ ਹੋ ਜਾਵੇ, ਇਸ ਤਰ੍ਹਾਂ ਦਾ ਹੋ ਜਾਵੇ। ਸੋ ਕਹਾਣੀਆਂ
ਆਪਣੇ ਵੱਲੋਂ ਲਿਖੀਆਂ। ਜਸਵੀਰ ਰਾਣਾ ਜੀ ਨੇ, ਸਿਮਰਨ ਧਾਲੀਵਾਲ ਜੀ ਨੇ ਪੱਟੀ ਤੋਂ, ਉਹਨਾਂ ਨੇ ਸਾਥ ਦਿੱਤਾ, ਕਿਤਾਬ ਦਾ ਰੂਪ ਆ ਗਿਆ। ਮੈਨੂੰ ਇਹ ਵੀ ਬਾਅਦ ਦੇ ਵਿੱਚ ਸੋਚਿਆ, ਕਈਆਂ ਨੇ ਆਖਿਆ ਕਿ ਸਿਮਰਨ ਤੁਸੀਂ ਕਵਿਤਾਵਾਂ ਦੀ ਕਿਤਾਬ ਲਿਆਉਣੀ ਸੀ, ਹੈ ਨਾ, ਕਿ ਤੁਹਾਡੀ ਹੈਗੇ ਹੈ ਪੜ੍ਹਨ ਵਾਲੇ ਪਾਠਕ, ਉਹਨਾਂ ਨੇ ਹੱਥੋਂ ਹੱਥੀ ਤੁਹਾਡੀ ਕਿਤਾਬ ਲੈਣੀ ਸੀ। ਪਰ ਮੈਨੂੰ ਲੱਗਿਆ ਵੀ ਇਹ ਕੋਈ ਦਾ ਖੇਡਣ ਵਾਲੀ ਚੀਜ਼ ਨਹੀਂ ਸੀ ਹੈਗੀ, ਹੈ ਨਾ। ਜਦੋਂ ਮੇਰੇ ਕੋਲ ਕਹਾਣੀਆਂ ਤਿਆਰ ਸੀ, ਕਵਿਤਾ ਤਾਂ ਮੈਂ ਆਪ ਕਹਾਂ, ਮੈਂ ਜੋ ਕੱਲ ਲਿਖਿਆ ਮੈਨੂੰ ਅੱਜ ਉਹ ਐਂ ਲੱਗਦਾ ਵੀ ਨਹੀਂ, ਇਹ ਇੱਥੇ ਮੇਰੀ ਸੋਚ ਆ ਕਿਵੇਂ, ਮੈਨੂੰ ਅੱਜ ਲੱਗਦਾ ਕੱਲ ਮੈਂ ਕਿਸੇ ਚੀਜ਼ ਪ੍ਰਤੀ ਅੰਨਾ ਸਮਰਪਣ ਲਿਖਿਆ ਹੋਇਆ, ਅੱਜ ਮੈਨੂੰ ਲੱਗਦਾ ਵੀ ਜਿਸ ਚੀਜ਼ ਦੇ ਇੰਨਾ ਰੋਏ ਸੀ ਉਸ ਚੀਜ਼ ਤੇ ਤਾਂ ਹੱਸਿਆ ਵੀ ਨਹੀਂ ਜਾ ਸਕਦਾ। ਤੁਸੀਂ ਆਪਣੇ ਆਪ ਨੂੰ ਭੰਨਦੇ ਤੋੜਦੇ ਤੁਰੇ ਜਾਂਦੇ ਹੋ। ਸ਼ਾਇਦ ਹਾਲੇ ਤੱਕ ਮੈਨੂੰ ਇਹ ਲੱਗਦਾ ਵੀ ਨਹੀਂ, ਕਵਿਤਾ 'ਚ ਹਲੇ ਹੋਰ ਥੋੜਾ ਆਈਏ, ਲਿਖਦੇ ਜਾਈਏ, ਕਿ ਨਸ਼ਾ ਜਾਈਏ ਚੜ੍ਹਦੇ ਜਾਣ ਦਾ ਹੈ ਨਾ। ਤਾਂ ਉਹ ਚੀਜ਼ ਹੈ ਕਿ ਹਲੇ ਉਹ ਕਰ ਰਹੇ ਆ ਜੀ। ਸਿਮਰਨ ਜੀ, ਤੁਸੀਂ ਇੱਕ ਗੱਲ ਕਰੀ ਮਾਂ ਵਰਗੀ ਕਹਾਣੀ ਦੀ ਜੀ। ਇੱਕ ਕੁੜੀ ਬਾਹਰ ਜਾਂਦੀ ਆ, ਬਾਹਰ ਤੋਂ ਬਾਅਦ ਉਹ ਇੰਡੀਆ ਚ ਆ ਕੇ ਵਿਆਹ ਕਰਾਉਂਦੀ ਹੈ ਜਾਂ ਉਧਰ ਹੀ ਉਹਦਾ ਵਿਆਹ ਕਰ ਦਿੱਤਾ ਜਾਂਦਾ, ਜਿਹੜਾ ਆਪਣੇ ਹੁਣ ਆਇਲਸ ਦਾ ਇੱਕ ਦੌਰ ਚੱਲੇਗਾ। ਪਰ ਜੇ ਆਪਾਂ ਪਹਿਲਾਂ ਵਾਲੀ ਮਾਵਾਂ ਦੀ ਗੱਲ ਕਰੀਏ, ਉਹ ਕਿੱਦਾਂ ਆਪਦੇ ਬੱਚੇ ਨੂੰ ਮੋਹ ਪਿਆਰ ਦਿੰਦੀਆਂ ਸੀ। ਤੇ ਖਾਸ ਤੌਰ ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ, ਤੁਸੀਂ ਫਿਲਮ ਦੇਖੀ ਹੋਊਗੀ ਬਾਗ ਮਿਲਖਾ ਬਾਗ, ਕਿੱਦਾਂ ਮਿਲਖਾ ਸਿੰਘ ਜੀ ਦੀ ਮਾਂ ਮਰਦੀ ਹੈ ਤੇ ਉਹਨਾਂ ਦੀ ਭੈਣ ਉਹਨਾਂ ਨੂੰ ਕਿੱਦਾਂ ਦਾ ਪਿਆਰ ਦਿੰਦੀ ਹੈ। ਤੁਹਾਨੂੰ ਲੱਗਦਾਗਾ ਵੀ ਜਿਹੜੀਆਂ ਕੁੜੀਆਂ ਬਾਹਰ ਜਾ ਰਹੀਆਂ ਹੀ ਚਾਹੋ ਹੁਣ ਉਹ ਪਰਿਭਾਸ਼ਾ ਹੀ ਕੁਝ ਹੋਰ ਹੋ ਗਈ, ਵਿਆਹ ਕਰਨ ਦੀ, ਰਿਸ਼ਤੇ ਦੇਖਣ ਦੀ, ਤੁਸੀਂ ਉਹ ਵੈਸਟਰਨ ਕਲਚਰ ਚੋਂ ਕੀ ਲੈ ਕੇ ਆ ਰਹੇ ਹੋ ਆਪਣੇ ਪੰਜਾਬ ਤੇ ਆਪਣੀ ਪੰਜਾਬੀਅਤ ਲਈ, ਇਹਦੇ ਤੇ ਕੀ ਕਮੈਂਟ ਕਰਨਾ ਚਾਹੋਗੇ? ਆਪਣੀ ਇੱਕ ਫਿਤਰਤ ਹੈ, ਅਸੀਂ ਬੜੀ ਛੇਤੀ ਦੂਜਿਆਂ ਦੀਆਂ ਨੈਗੇਟਿਵ ਚੀਜ਼ਾਂ ਨਾ ਚੁੰਬਕ ਵਾਂਗ ਖਿੱਚ ਲੈਂਦੇ ਹਾਂ, ਚੰਗੀਆਂ ਵੱਲ ਛੇਤੀ ਕਿਤੇ ਧਿਆਨ ਨਹੀਂ ਦਿੰਦੇ। ਉਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ ਅਪਣਾਉਣ ਵਾਲੀਆਂ ਵੈਸਟਰਨ ਦੀਆਂ, ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬੜਾ ਸੋਹਣਾ ਬਣਾ ਦੇਣਗੀਆਂ। ਉਹ ਤਾਂ ਇਹ ਵੀ ਆਖਦੇ ਆ ਵੀ ਜੋੜਨ ਦੀ ਲੋੜ ਨਹੀਂ, ਖਰਚੋ, ਖਾਓ ਪੀਓ, ਤੁਸੀਂ 5 ਦਿਨ ਕਮਾਓ, ਖਾਓ, 6ਵੇਂ 7ਵੇਂ ਦਿਨ ਦੀ ਫਿਕਰ ਨਾ ਕਰੋ, ਤੁਸੀਂ ਜ਼ਿੰਦਗੀ ਨੂੰ ਸਮਾ ਦਿਓ। ਐਦਾਂ ਦਾ ਇੱਕ ਦੋਸਤ ਨੇ ਅੱਗੋਂ ਦੱਸਿਆ ਕਿ ਇੱਕ ਲੜਕਾ ਪੇਂਟਰ ਹੈ ਜੀ, ਉਹ 7-8 ਮਹੀਨੇ ਪੇਂਟਿੰਗ ਕਰਦਾ, ਕਮਾਈ ਕਰਦਾ, ਵਿਆਹ ਉਹਨੇ ਕਰਵਾਇਆ ਨਹੀਂ, ਘਰ ਉਹਦਾ ਕੋਈ ਨਹੀਂ, ਕਿਰਾਏ ਤੇ ਰਹਿੰਦਾ। ਉਹ 3-4 ਮਹੀਨੇ ਫਿਰ ਜਿਹੜੇ ਰਹਿ ਗਏ, ਉਹ ਫਿਰ ਜੀ ਉਸ ਕਮਾਈ ਦੇ ਨਾਲ ਦੁਨੀਆ ਦਾ ਇੱਕ ਦੇਸ਼ ਘੁੰਮਣ ਜਾਂਦਾ ਹਰ ਵਾਰ ਨਵਾਂ। ਮਤਲਬ ਉਹਨਾਂ 'ਚ ਵੀ ਕਨਸੈਪਟ ਹੈ, ਅਸੀਂ ਉਹ ਨਹੀਂ ਅਪਣਾਉਂਦੇ। ਅਸੀਂ ਇਹ ਦੇਖਿਆ ਵੀ ਇੰਨੇ ਡਾਲਰ ਮਿਲਣਗੇ, ਆਹ ਕਰਨਾ ਸੇਮ ਜਿਹੜਾ ਆਈਲੈਟਸ ਕਰਕੇ ਬਾਹਰ ਜਾਣ ਲੱਗ ਗਏ, ਹਨਾ। ਮੈਨੂੰ ਇਹ ਕਈ ਵਾਰ ਆਖਦੇ ਨੇ ਵੀ ਦੇਖੋ ਜੀ, ਦੇਖਿਆ ਕੁੜੀਆਂ ਨੇ ਕਿੱਡਾ ਬਦਲਾ ਲੈ ਲਿਆ, ਵੀ ਪਹਿਲਾਂ ਦਾਜ ਦੇ ਬਦਲੇ ਉਹ ਹੁੰਦੀਆਂ ਸੀ, ਹੁਣ ਕੁੜੀਆਂ ਪੈਸੇ ਲੈਂਦੀਆਂ ਆਈਲੈਟਸ ਦੇ। ਫਿਰ ਉਹੀ ਗੱਲ, ਬੜੀ ਸੋਹਣੀ ਗੱਲ ਨਹੀਂ ਹੋਈ, ਮੁੱਲ ਹੀ ਪੈ ਗਿਆ ਜੀ। ਮੁੰਡੇ ਨੂੰ ਵੀ ਤਾਂ ਆਪਾਂ ਕਹਿੰਦੇ ਸੀ ਵੀ ਚੌਂਕ 'ਚ ਖੜੇ ਹੋ ਕੇ ਫਿਰ ਇਹਦੀ ਨਿਲਾਮੀ ਕਰ। ਇੱਕ ਇੱਥੇ ਤੁਹਾਨੂੰ ਥੋੜਾ ਜਿਹਾ ਟੋਕਣਾ ਚਾਹੂੰ, ਮਾਫੀ ਚਾਹੂੰਗਾ, ਜਲਦੀ ਉਮਰ ਤੋਂ ਪਹਿਲਾਂ ਕਬੀਲਦਾਰ ਹੋਣਾ ਕਿੰਨਾ ਕੁ ਖਤਰਨਾਕ ਆ? ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ, ਕੁੜੀ ਦੇ ਨਾਲੋਂ ਜ਼ਿਆਦਾ ਬੰਦੇ ਦੇ ਲਈ। ਆਪਾਂ ਜੇ ਉਸ ਨਜ਼ਰ ਤੋਂ ਦੇਖੀਏ, ਸਭ ਕੁਝ ਖਤਮ ਹੋ ਜਾਂਦਾ। ਕੁੜੀ ਨੂੰ ਤਾਂ ਆਪਾਂ ਫੇਰ ਕਹਿ ਦਿੰਦੇ ਆ ਵਿਆਹਤੀ ਚਲੇ ਨੇ, ਘਰ ਸਾਂਭਣਾ, ਉਹ ਹੌਲੀ ਹੌਲੀ ਸਿੱਖ ਜਾਂਦੀ, ਉਹਨੂੰ ਅੱਛਾ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ। ਬੰਦੇ ਦਾ ਜਲਦੀ ਕਬੀਲਦਾਰੀ 'ਚ ਪੈਣਾ ਸਭ ਖਤਮ ਕਰ ਦਿੰਦਾ। ਉਹਨੇ ਜੋ ਦੇਖਣਾ ਸੀ, ਉਹਨੇ ਪਰਖਣਾ ਸੀ, ਉਹਨੇ ਸਿੱਖਣਾ ਸੀ, ਉਹ ਕਬੀਲਦਾਰੀ ਦਾ ਭਾਰ ਢੋਂਦਿਆਂ ਉਹ ਜੀਵਨ ਕੀ ਹੈ, ਜ਼ਿੰਦਗੀ ਕੀ ਹੈ ਜੀ, ਆਪਣਾ ਆਪ ਕੀ ਹੈ, ਉਹ ਖਤਮ ਹੋ ਜਾਂਦਾ ਹੈ ਨਾ। ਇਹ ਚੀਜ਼ਾਂ ਹੁਣ ਫੋਰਨ 'ਚ ਵੀ ਜਾ ਕੇ ਵੀ ਇਹ ਹੋ ਰਿਹਾ, ਆਈਲੈਟਸ ਦੇ ਥਰੂ ਵੀ ਹੋ ਰਿਹਾ। ਬੜੀ ਛੇਤੀ ਉੱਧਰ ਜਾ ਕੇ ਸੈਟਲ ਹੋਣਾ, ਕਿਸੇ ਨਾਲ ਵਿਆਹ ਕਰਕੇ ਤੋਰਤਾ, ਤੁਸੀਂ ਜ਼ਿੰਦਗੀ ਨੂੰ ਬੜੀ ਛੇਤੀ ਉਸ ਫਾਸਟ ਫਾਰਵਰਡ ਦੇ ਵਿੱਚ ਦੇਖਦੇ ਜਾਂਦੇ ਹੋ। ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਮਾਰ ਕੇ ਹੀ ਚੱਲਦੇ ਹੋ, ਜਾਂ ਤੁਹਾਡੇ ਆਪਣੇ ਤੁਹਾਨੂੰ ਆਪਣਾ ਆਪ ਮਾਰਨ ਲਈ ਮਜਬੂਰ ਕਰਕੇ ਤੋਰਦੇ ਆ। ਦੋਨੋਂ ਚੀਜ਼ਾਂ ਨੇ। ਸਿਮਰਨ ਜੀ, ਹੁਣ ਵਕਤ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਜਾਂਦੇ ਜਾਂਦੇ ਚਾਹੂੰਗਾ, ਤੁਸੀਂ ਗਜ਼ਲ ਦਾ ਜ਼ਿਕਰ ਕਰ ਰਹੇ ਸੀ ਜੀ, ਮੈਂ ਇੱਕ ਗਜ਼ਲ ਆਪਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ। ਗਜ਼ਲ ਹੈ ਕਿ ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਤੇ ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਤੇ ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਬੇੜੇ ਨੇ, ਮਗਰ ਇਹ ਭੁੱਖ ਦਾ ਮਸਲਾ ਬੜਾ ਮੂੰਹਜ਼ੋਰ ਮਸਲਾ ਹੈ। ਮੈਂ ਜਿਸ ਲਈ ਹੋ ਗਈ ਸ਼ੀਸ਼ਾ, ਉਹਨੇ ਤਾਂ ਤੱਕਿਆ ਵੀ ਨਹੀਂ, ਮੈਂ ਜਿਸ ਲਈ ਹੋ ਗਈ ਸ਼ੀਸ਼ਾ, ਉਹਨੇ ਤਾਂ ਤੱਕਿਆ ਵੀ ਨਹੀਂ, ਕਰੇ ਨਾ ਗੌਰ ਉਹ ਬਿਲਕੁਲ ਮੇਰੇ ਲਈ ਗੌਰ ਮਸਲਾ ਹੈ। ਅੱਗੇ ਹੈ ਕਿ ਬਿਖਰੀ ਜ਼ੁਲਫ ਕੰਬਦੇ ਹੋਂਠ, ਨੈਣੀ ਸ਼ਾਮ ਦੀ ਲਾਲੀ ਹੈ, ਬਿਖਰੀ ਜ਼ੁਲਫ ਕੰਬਦੇ ਹੋਂਠ, ਨੈਣੀ ਸ਼ਾਮ ਦੀ ਲਾਲੀ, ਤਰਤ ਜਈ ਤੋਰ ਮਸਲਾ ਹੈ, ਸੱਜਣ ਦੀ ਲੋਰ ਮਸਲਾ ਹੈ।
ਤੇ ਆਖਰੀ ਹੈ ਆਪਣੇ ਸਾਰਿਆਂ ਦੇ ਨਾਮ, ਜਿਨ੍ਹਾਂ ਦੇ ਜੋਸ਼ ਚੱਤੋ ਪਹਿਰ ਛੱਲਾ ਮਾਰਦਾ ਸੀਨੇ। ਜਿਨ੍ਹਾਂ ਦੇ ਜੋਸ਼ ਚੱਤੋ ਪੈਰ ਛੱਲਾ ਮਾਰਦਾ ਸੀਨੇ, ਉਹਨਾਂ ਦੇ ਹਾਣ ਤੋਂ ਧੀਮੀ ਸਮੇਂ ਦੀ ਤੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਵਾਹ ਜੀ ਵਾਹ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਸਵਾਲ ਆਇਆ ਮਨ 'ਚ ਜਾਂਦੇ ਜਾਂਦੇ ਜੀ, ਤੁਹਾਨੂੰ ਲੱਗਦਾ ਹੈਗਾ ਵੀ ਨੌਜਵਾਨ ਜਿਹੜੀਆਂ ਕੁੜੀਆਂ ਨੇ, ਖਾਸ ਕਰਕੇ ਆਪਾਂ ਕੁੜੀਆਂ ਦੀ ਗੱਲ ਕਰਾਂਗੇ, ਉਹ ਇੱਧਰ ਆਉਣਾ ਨਹੀਂ ਚਾਹੁੰਦੀਆਂ ਖੇਤਰ ਵੱਲ? ਜੇ ਆਪਾਂ ਖਾਸ ਤੌਰ ਤੇ ਕਹਿ ਦਈਏ ਵੀ ਉਸਨੇ ਕਵਿਤਰੀ ਬਣਨਾ ਗਾ, ਜਾਂ ਲਿਖਣ ਦਾ ਸ਼ੌਂਕ ਆ, ਜਾਂ ਉਹਨਾਂ ਨੂੰ ਉਹ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ। ਅੱਜ ਕੱਲ ਆਪਾਂ ਕਿਸੇ ਬੱਚੇ ਨੂੰ ਪੁੱਛਦੇ ਆ ਵੀ ਤੂੰ ਵੱਡਾ ਹੋ ਕੇ ਕੀ ਬਣਨਾ, ਚਾਹੇ ਮੁੰਡਾ ਚਾਹੇ ਕੁੜੀ, ਡਾਕਟਰ, ਇੰਜੀਨੀਅਰ, ਇਹ ਜਾਂ ਮੈਂ ਹੁਣ ਜ਼ਿਆਦਾ ਪਿੰਡਾਂ ਵਾਲੇ, ਜੇ ਆਪਾਂ ਸਕੂਲਾਂ ਦੀ ਗੱਲ ਕਰਦੇ ਆ, ਜਿਹੜੇ ਪ੍ਰਾਈਵੇਟ ਸਕੂਲ ਨੇ ਪਿੰਡਾਂ ਦੇ ਵਿੱਚ, ਉੱਥੇ ਵੀ ਅਸੀਂ ਕੈਨੇਡਾ ਜਾਣਾ। ਬਿਲਕੁਲ ਬਿਲਕੁਲ। ਇਹ ਚੀਜ਼ ਦੀ ਕਿਉਂ ਨਹੀਂ ਪਛਾਣ ਹੁੰਦੀ, ਕਿੱਥੇ ਘਟ ਰਹਿ ਜਾਂਦੀ? ਦੇਖੋ, ਅਸੀਂ ਅਗਲੇ ਨੂੰ ਪੁੱਛਦੇ ਹਾਂ ਪ੍ਰੋਫੈਸ਼ਨ ਕੀ ਚੂਜ਼ ਕਰਨਾ, ਤੇ ਕਲਮ ਪ੍ਰੋਫੈਸ਼ਨ ਨਹੀਂ, ਹਨਾ। ਇਹ ਪ੍ਰੋਫੈਸ਼ਨ ਬਣ ਜਾਏ, ਬਾਅਦ ਦੇ ਵਿੱਚ ਬਣ ਜਾਏ ਤਾਂ ਮਤਲਬ ਜਿਵੇਂ ਕਰਨਜੀਤ ਜੀ ਦੀ ਇੱਕ ਗਜ਼ਲ ਹੈ, ਉਹਦੇ ਚ ਆਖਦੇ ਕਿਸੇ ਲਈ ਗਜ਼ਲ ਰੋਟੀ ਵੀ ਹੋ ਸਕਦੀ ਹੈ, ਮੇਰੇ ਲਈ ਗਜ਼ਲ ਮੇਰੇ ਬੱਚਿਆਂ ਵਾਂਗ ਹੈ, ਕਿਸੇ ਲਈ ਰੋਟੀ ਵੀ ਉਹ ਬਣਾ ਕੇ ਚੱਲਦਾ। ਤਾਂ ਇਹ ਪ੍ਰੋਫੈਸ਼ਨ ਨਹੀਂ। ਪਹਿਲੀ ਗੱਲ ਤਾਂ ਆਪਾਂ ਕਿਸੇ ਨੂੰ ਜਿਵੇਂ ਇਹ ਨਹੀਂ ਆਖਦੇ ਵੀ ਫਿਰ ਸਾਧ ਬਣੇਗਾ ਵੱਡਾ ਹੋ ਕੇ, ਜੀ ਸੰਨਿਆਸੀ ਬਣੇਗਾ, ਫਿਰ ਤੂੰ ਜਾਣਾ ਰਿਸ਼ੀਕੇਸ਼, ਨਹੀਂ ਪੁੱਛ ਸਕਦੇ। ਉਵੇਂ ਲੇਖਕ ਬਣਨਾ ਪੁਰਾਣੇ ਸਮਿਆਂ ਦੇ ਵਿੱਚ ਤਾਂ ਇੱਕ ਬੜਾ ਵੱਡਾ ਇਹ ਲੱਗਦਾ ਸੀ, ਪਤਾ ਨਹੀਂ ਇਹਦੇ ਦਿਲ ਨੂੰ ਕਿਹੜੀ ਸੱਟ ਬਣ ਗਈ ਜੀ ਜਿਹੜਾ ਇਹ ਲੇਖਕ ਬਣ ਗਿਆ, ਹਨਾ, ਇੱਕ ਸੱਟ ਵੱਜਣ ਦੇ ਨਾਲ ਜੋੜਿਆ ਜਾਣਾ। ਇਹਨੂੰ ਹਲੇ ਵੀ ਆਪਾਂ ਇਹ ਆਖਦੇ ਹਾਂ, ਮੈਨੂੰ ਕਿਤੇ ਕਿਤੇ ਇਹ ਚੀਜ਼ ਚੁਭਦੀ ਵੀ ਹੈ। ਕੋਈ ਕਿਤਾਬ ਲੈ ਕੇ ਆ ਰਿਹਾ, ਉਹਦੀ ਪ੍ਰਮੋਸ਼ਨ ਕਰ ਰਿਹਾ, ਤਾਂ ਲੋਕ ਉਹਨੂੰ ਕਰਨ ਲੱਗ ਜਾਂਦੇ, ਲੈ ਆਪਦੀ ਕਿਤਾਬ ਵੇਚਣ ਤੇ ਲੱਗਿਆ ਹੋਇਆ। ਯਾਨੀ ਅਸੀਂ ਉਹਨੂੰ ਪ੍ਰੋਫੈਸ਼ਨ ਨਹੀਂ, ਹੋਣਾ ਵੀ ਨਹੀਂ ਚਾਹੀਦਾ, ਮੰਨਦੇ ਹਾਂ ਪ੍ਰੋਫੈਸ਼ਨ। ਤਾਂ ਆਖਿਰਕਾਰ ਉਹ ਜਿਹੜੀ ਚੀਜ਼ ਹੈ, ਤੁਹਾਡੀ ਲਿਖਤ ਹੈ, ਅਗਲਿਆਂ ਤੱਕ ਪਹੁੰਚਣੀ ਚਾਹੀਦੀ ਹੈ। ਤੁਸੀਂ ਉਹਦੇ ਵਿੱਚੋਂ ਕੋਈ ਸੋਲੂਸ਼ਨ ਨਹੀਂ ਦੇ ਰਹੇ ਹੋ ਨਾ, ਕਿਸੇ ਨੂੰ ਜ਼ਿੰਦਗੀ ਜਿਉਣ ਦਾ ਢੰਗ ਹੀ ਦੇ ਰਹੇ ਹੋ, ਸਾਹਿਤ ਦੂਸਰਿਆਂ ਦੇ ਹਿੱਤ 'ਚ, ਤਾਂ ਅਗਲੇ ਨੇ ਕੁਝ ਲੱਭਣਾ। ਸੋ ਪਹਿਲੀ ਗੱਲ ਤਾਂ ਇਹ ਹੈ। ਦੂਸਰੀ, ਉਹਨਾਂ ਮਾਹੌਲ ਸ਼ੁਰੂ ਤੋਂ ਨਹੀਂ ਬਣਿਆ। ਮੈਨੂੰ ਪਤਾ ਨਹੀਂ ਕਿਉਂ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਬਿਹਤਰ ਜਾਣਦੇ ਹੋ, ਮੈਨੂੰ ਐਂ ਲੱਗਦਾ ਵੀ ਹੁਣ ਦੇ ਸਮੇਂ 'ਚ ਤਾਂ ਹਲੇ ਅਵੇਅਰਨੈਸ ਬਹੁਤ ਹੋ ਗਈ ਕਿਤਾਬਾਂ ਦੀ, ਪਹਿਲਾਂ ਹੈ ਹੀ ਨਹੀਂ ਸੀ। ਸਾਨੂੰ ਲਾਇਬ੍ਰੇਰੀ ਦੇ ਵਿੱਚ ਕਦੇ ਕਿਸੇ ਨੇ ਨਹੀਂ ਕਿਹਾ ਵੀ ਜੀ ਆ ਜਸਵੰਤ ਸਿੰਘ ਕਮਲ ਹੈ, ਗੁਰਦਿਆਲ ਸਿੰਘ ਹੈ, ਫਲਾਨਾ, ਤੁਸੀਂ ਪੜ੍ਹੋ ਇਹਨਾਂ ਨੂੰ, ਕਿਸੇ ਨੇ ਬੁਲਾਇਆ ਹੋਵੇ, ਕਿਸੇ ਨੇ ਨਹੀਂ ਕਦੀ ਕਿਹਾ। ਲੈਕਚਰ ਜ਼ਰੂਰ ਸੀ ਵੀ ਲੈਕਚਰ ਤੁਹਾਡੇ ਪੂਰੇ ਹੋਣੇ ਚਾਹੀਦੇ, ਕਿਸੇ ਨੇ ਆਖਿਆ ਹੀ ਨਹੀਂ ਕਦੀ। ਮੈਂ ਰਜਿੰਦਰਾ ਕਾਲਜ ਬਠਿੰਡਾ ਪੜ੍ਹੀ ਹਾਂ, ਪੰਜਾਬੀ ਸਾਹਿਤ ਦੀ ਕਲਾਸ 'ਚ ਕਦੀ ਕਿਸੇ ਨੇ ਸਿਲੇਬਸ ਤੋਂ ਬਿਨਾਂ ਜ਼ਿਕਰ ਨਹੀਂ ਕੀਤਾ ਹੋਣਾ, ਕਿਤੇ ਤਾਂ ਹੈ ਨਾ। ਹੁਣ ਸਾਨੂੰ ਅਵੇਅਰਨੈਸ ਹੈ, ਮੈਂ ਆਪਣੇ ਬੱਚਿਆਂ ਨੂੰ ਜਾ ਕੇ ਜ਼ੋਰ ਲਾਉਣੀ ਹੈ, ਮੈਂ ਹਰ ਹਫਤੇ ਕਹਿੰਦੀ ਹਾਂ ਵੀ ਇੱਕ ਦਿਨ ਵੀ ਆਪਾਂ ਕਿਸੇ ਵਿਸ਼ੇ ਤੇ ਗੱਲ ਕਰਾਂਗੇ, ਸਿਰਫ ਉਹ ਵੀ ਮੌਕੇ ਤੇ ਮੈਂ ਤੁਹਾਨੂੰ ਕਹੂੰਗੀ। ਫਿਰ ਤੁਸੀਂ ਕਿਸੇ ਕਿਤਾਬ ਦਾ ਰਿਵਿਊ ਲਿਖ ਕੇ ਆਉਣਾ, ਤੁਸੀਂ ਕਿਸੇ ਫਿਲਮ ਦਾ ਰਿਵਿਊ ਲਿਖ ਕੇ ਲਿਆਉਣਾ। ਇਹ ਅਵੇਅਰਨੈਸ ਹੁਣ ਜ਼ਿਆਦਾ ਵਧੀਆ। ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਜ਼ਿੰਦਗੀ ਦੇ ਮਾਨੇ ਹੁਣ ਵਾਲੀ ਜਨਰੇਸ਼ਨ 'ਚ ਸਮਝ ਜ਼ਿਆਦਾ ਵੀ ਆਉਣ ਲੱਗੇ ਨੇ। ਇੱਕ ਪਾਸੇ ਟੈਕਨੀਕ ਖਿੱਚ ਵੀ ਰਹੀ ਹੈ, ਪਰ ਦੂਜੇ ਪਾਸੇ ਕੁਝ ਹੈ ਵੀ ਉਹਨਾਂ ਨੂੰ ਜਿਹੜਾ ਰੋਕੀ। ਲੋਕਡਾਊਨ 'ਚ ਤਾਂ ਖਾਸ ਕਰਕੇ ਬਹੁਤੇ ਜਾਣਿਆਂ ਨੇ ਜਿਮ ਜੁਆਇਨ ਕੀਤੇ, ਬਹੁਤੇ ਜਾਣੇ ਕਿਤਾਬਾਂ ਪੜ੍ਹਨ ਵੱਲ ਹੋਏ, ਬਹੁਤੇ ਜਾਣਿਆਂ ਨੇ ਆਪਣੇ ਆਪ ਨੂੰ ਸਮਾਂ ਦਿੱਤਾ, ਹੈ ਨਾ। ਤਾਂ ਇਹ ਵੀ ਨਾਲੋਂ ਨਾਲ ਹੈ। ਸੋ ਇਹ ਚੀਜ਼ ਇਹੀ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਜੋੜੋਗੇ ਕਿਸੇ ਵੀ ਹੀਲੇ, ਤਾਂ ਉਹ ਇਸ ਪਾਸੇ ਲੱਗਣਗੇ। ਕਦੇ ਕਦੇ ਨਾ ਫੇਸਬੁੱਕ ਤੇ ਤੁਸੀਂ ਅਕਸਰ ਦੇਖੋ ਇਹ ਰੌਲਾ ਪੈਂਦਾ ਵੀ ਇੰਨੇ ਲੇਖਕ ਹੋਏ ਬੈਠੇ ਆ ਜੀ, ਬੱਚੇ ਲਿਖੀ ਜਾਂਦੇ ਨੇ। ਮੈਂ ਕਹਿੰਦੀ ਨਹੀਂ ਵੀ ਲਿਖਣ ਦੋ, ਟਿਕਟੌਕ ਤੇ ਨਹੀਂ ਬਣਾ ਰਹੇ, ਹਨਾ। ਉਹ ਸਿਨੇਮਾ 'ਚ ਬੇਵਜ੍ਹਾ ਕੋਈ ਫਾਲਤੂ ਦੀਆਂ ਫਿਲਮਾਂ ਤਾਂ ਨਹੀਂ ਕਮੇਡੀ ਦੇਖਣ ਜਾ ਰਹੇ, ਲਿਖ ਹੀ ਰਹੇ ਨੇ। ਅੱਜ ਉਹ ਕੱਚਾ ਘੜਨਗੇ, ਕੱਲ ਨੂੰ ਉਹ ਪੱਕਾ ਘੜਨਗੇ, ਪੱਕਾ ਘੜਨ ਲਈ ਉਹ ਕਿਸੇ ਪੱਕੇ ਨੂੰ ਪੜ੍ਹਨਗੇ, ਹਨਾ, ਗਹਿਰੇ ਪਾਣੀ ਪੈਠ ਉਤਰਨਗੇ, ਫਿਰ ਜਾ ਕੇ ਉੱਥੋਂ ਮੋਤੀ ਚੁਗਣਗੇ। ਜੇ ਤੁਸੀਂ ਉਹਨੂੰ ਤਲ ਤੇ ਟਹਿਲਦੇ ਨੂੰ ਕਹਤਾ ਵੀ ਇੱਥੇ ਕੀ ਕਰਦਾ, ਵੀ ਇੱਥੇ ਤੇਰਾ ਕੰਮ ਨਹੀਂ ਹੈ, ਜੋੜਾਂਗੇ ਕਿਵੇਂ? ਸੋ ਜਿਵੇਂ ਬਹੁਤੀਆਂ ਚੀਜ਼ਾਂ ਘਰ ਤੋਂ ਲੈਂਦੇ ਆ। ਪਾਪਾ ਜੀ ਛੋਟੇ ਹੁੰਦਿਆਂ ਨੂੰ ਮਖਾਣੇ, ਖਿੱਲਾਂ ਜਾਂ ਕੋਈ ਮਿਕਸ ਚੀਜ਼ ਰੱਖ ਲੈਣੀ, ਜਿਹੜਾ ਮੈਨੂੰ ਜਪਜੀ ਸਾਹਿਬ ਦੀ ਇੱਕ ਪੌੜੀ ਸੁਣਾਊਗਾ ਮੈਂ ਉਹਨੂੰ ਆਹ ਦਊਂਗਾ। ਅੱਛਾ, ਉਹ ਜ਼ਿੱਦ ਦੇ ਵਿੱਚ ਅਸੀਂ 2 ਪੌੜੀਆਂ ਯਾਦ ਕਰਨੀਆਂ ਵੀ ਆਹ ਅਸੀਂ ਸੁਣਾਵਾਂਗੇ। ਪਾਪਾ ਜੀ ਨੇ ਕਹਿਣਾ ਜਿਹੜਾ ਫਿਰ ਮੈਨੂੰ ਅੱਜ ਸੁਖਮਨੀ ਸਾਹਿਬ ਦੀਆਂ 8 ਅਸ਼ਟਪਦੀਆਂ ਸੁਣਾਊਗਾ ਨਾ, ਫਿਰ ਉਹਨੂੰ ਮੈਂ 5 ਰੁਪਏ ਦਊਂਗਾ। ਬੇਸ਼ੱਕ ਉਹ ਲਾਲਚ ਸੀ, ਮੈਨੂੰ ਪਤਾ ਕਿ ਉਸ ਲਾਲਚ ਦੇ ਚੱਲਦੇ ਆ ਮੇਰੀ ਭੈਣ 8ਵੀਂ ਕਲਾਸ ਦੇ ਵਿੱਚ ਸਾਰਾ ਸੁਖਮਨੀ ਸਾਹਿਬ ਮੂੰਹ ਜ਼ੁਬਾਨੀ ਯਾਦ ਕਰ ਗਏ ਸੀ, ਔਰ ਸਾਨੂੰ ਇਸ ਚੀਜ਼ ਦਾ ਉਹ ਸੀ ਵੀ ਲੈ ਦੇਖੀ ਇਹਨਾਂ ਦੇ ਯਾਦ ਹੋ ਗਿਆ, ਸਾਡੇ ਨਹੀਂ ਹੋਇਆ। ਹੁਣ ਵੀ ਸੋਚਦੇ ਆ, ਮੈਂ ਚਾਹ ਕੇ ਆਪਣੀ ਇੱਕ ਗਜ਼ਲ ਯਾਦ ਨਹੀਂ ਕਰ ਸਕਦੀ, ਪਰ ਮੈਨੂੰ ਕਿੱਦਾਂ ਸ਼ਬਦ ਯਾਦ ਨੇ, ਮੈਨੂੰ ਕਿੱਦਾਂ ਗੁਰਬਾਣੀ ਯਾਦ ਹੈ, ਉਹ ਇੱਕ ਢੰਗ ਨਾਲ ਜੋੜਿਆ ਹੋਇਆ, ਹੈ ਨਾ। ਤਾਂ ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਕਿਸੇ ਹੀਲੇ ਵਸੀਲੇ ਆਉਣ ਵਾਲੀ ਨਸਲ ਨੂੰ ਨਾਲ ਜੋੜੀ ਰੱਖੀਏ, ਉਹਨਾਂ ਨੂੰ ਸ਼ਬਦਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਬਚਾਉਣਾ ਚਾਹੁੰਦੇ ਹਾਂ ਇਹ ਹਥਿਆਰਾਂ ਤੋਂ, ਇਹ ਬੰਬੀਹਿਆਂ ਤੋਂ, ਇਹ ਫਲਾਮਿਆਂ ਟਿਮਕਿਆਂ ਤੋਂ, ਤਾਂ ਫਿਰ ਸਾਨੂੰ ਸ਼ਬਦ ਦੇਣੇ ਪੈਣਗੇ, ਸ਼ਬਦਾਂ ਦੇ ਵਿੱਚ ਉਹਨਾਂ ਨੂੰ ਖੇਡਣ ਦੇਣਾ ਪਊਗਾ। ਸਿਮਰਨ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਤੇ ਮੈਨੂੰ ਇਹ ਵੀ ਲੱਗਿਆ ਵੀ ਤੁਸੀਂ
ਗੱਲਾਂ 'ਚ ਕਮੇਡੀ ਫਿਲਮਾਂ ਤੇ ਵੀ ਥੋੜਾ ਜਿਹਾ ਵਿਅੰਗ ਕੱਸ ਕੇ ਜਾਂਦੇ ਬੰਬੀਹੇ ਵੱਲ ਵੀ ਤੁਸੀਂ ਥੋੜਾ ਜਿਹਾ ਇਸ਼ਾਰਾ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪ੍ਰੋਮਿਸ ਵੀ ਲਊਂਗਾ ਵੀ ਫਿਰ ਕਿਸੇ ਦਿਨ ਆਪਾਂ ਬੈਠਾਂਗੇ ਤੇ ਇਦਾਂ ਗੱਲਾਂ ਬਾਤਾਂ ਕਰਾਂਗੇ। ਯਕੀਨ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਪੰਛੀ ਪਰਾਗ ਲੈ ਕੇ ਅੱਗੇ ਜਾਂਦੇ ਨੇ ਹਨਾ, ਹਵਾ ਦੇ ਨਾਲ ਪਰਾਗ ਜਾਂਦਾ, ਤੁਸੀਂ ਉਹਨਾਂ ਦੇ ਵਿੱਚੋਂ ਆਮੀਨ ਉਜੜੇ ਰਹੋ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਦੋਸਤੋ, ਇਹ ਸੀ ਸਿਮਰਨ ਅਕਸ ਜੀ। ਅੱਜ ਦੀਆਂ ਗੱਲਾਂ ਡੂੰਘੀਆਂ ਜ਼ਰੂਰ ਸੀ ਪਰ ਸੋਚਣ ਵਾਲੀਆਂ ਵੀ ਸੀ। ਅੱਜ ਦੀ ਮੁਲਾਕਾਤ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਸਤਿ ਸ਼੍ਰੀ ਅਕਾਲ।